ਜਿਹੜਾ ਐਵਰੇਜ ਫੈਮਿਲੀ ਸਾਈਜ਼ ਆ ਜੀ ਉਹ ਅੱਧ ਤੋਂ ਵੀ ਥੱਲੇ ਰਹਿ ਗਿਆ। ਮੰਨ ਲਓ ਜੀ ਅੱਗੇ ਅਸੀਂ ਲਾਈਏ ਵੀ ਇੱਕ ਫੈਮਿਲੀ ਦੇ ਵਿੱਚ ਹਾਊਸ ਹੋਲਡ ਦੇ ਵਿੱਚ 6 ਬੰਦੇ ਹੁੰਦੇ ਸੀ ਜਾਂ 5 ਹੁੰਦੇ ਸੀ, ਉਹ ਹੁਣ 2 ਵੀ ਹੈ ਨਹੀਂ ਗੇ ਜੀ ਇੱਕ ਫੈਮਿਲੀ ਦੇ ਵਿੱਚ। 1.9 1.8 ਤੇ ਸਾਡੀ ਫੈਮਿਲੀ ਦਾ ਸਾਈਜ਼ ਆ ਗਿਆ ਐਵਰੇਜ। ਪਰੰਤੂ ਜਿਹੜਾ ਹਾਊਸ ਦਾ ਸਾਈਜ਼ ਹੈਗਾ ਸਾਡਾ ਡਬਲ ਤੋਂ ਵੀ ਜ਼ਿਆਦਾ ਹੋ ਗਿਆ। ਮੰਨ ਲਓ ਜੀ ਉਦੋਂ 1000 ਸਕੁਏਅਰ ਫੀਟ ਸੀਗਾ ਤੇ ਹੁਣ 2500 ਸਕੁਏਅਰ ਫੀਟ ਦੇ ਨੇੜੇ ਚੱਲਿਆ ਗਿਆ। ਸਾਰੇ ਕੈਨੇਡੀਅਨ ਜੀ $1 ਉਹ ਕਮਾ ਰਹੇ ਨੇ ਤਾਂ $1.84 ਉਹਨਾਂ 'ਤੇ ਉਹਦਾ ਖਰਚਾ ਚੱਲ ਰਿਹਾ ਜਾਂ ਕਰਜ਼ਾ ਹੈ। 84 ਸੈਂਟ ਰੋਜ਼ ਦੇ ਉਹ ਇੱਕ ਦਿਨ ਦੇ ਉਹ $1 ਕਮਾ ਕੇ ਲਿਆਏ ਤਾਂ 84 ਸੈਂਟ ਉਹ ਐਕਸਟਰਾ ਖਰਚੀ ਬੈਠੇ ਨੇ। ਦੇਖੋ ਜਿਹੜੀ ਇਨਕਮ ਮਤਲਬ ਤੁਸੀਂ ਤਾਂ ਚਲੋ ਫਿਰ ਵੀ ਕੁਛ ਕਈ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਆ, ਜਿਹੜੇ ਤੁਹਾਡੇ ਵਰਗ ਵਾਲੀ ਜਨਰੇਸ਼ਨ ਹੈ ਉਹਨਾਂ ਦੇ ਤਾਂ ਇੱਥੇ ਫਿਰ ਵੀ ਚਲੋ ਇੱਕ ਪੈਰ ਲੱਗ ਗਏ ਜੀ ਜੀ। ਜੇ ਹੁਣ ਤੁਹਾਡੇ ਵਾਲੀ ਇਨਕਮ ਵੀ ਹੋਵੇ ਅਤੇ ਜਿਹੜਾ ਬੰਦਾ ਹੁਣ ਆਇਆ ਹੋਵੇ, ਜਿਹਨੂੰ ਪਿਛਲੇ 2 ਸਾਲ ਜਾਂ 3 ਸਾਲ ਪਹਿਲਾਂ ਆਇਆ ਹੋਵੇ, ਉਹ ਬੰਦਾ ਤੇ ਹੁਣ ਮਤਲਬ ਕੋਈ ਬੇਸਿਕ ਮਿਨੀਮਮ ਜਿਹੜਾ ਕੋਈ ਛੋਟੇ ਤੋਂ ਛੋਟਾ ਮਕਾਨ ਹੈ ਉਹ ਵੀ ਨਹੀਂ ਲੈ ਸਕਦਾ। ਪਹਿਲੀ ਗੱਲ ਤਾਂ ਜੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਬੜੀ ਹਾਸੋ ਵੀ ਨਹੀਂ ਹੈ ਜੀ। ਜਿਹੜਾ ਮੇਰਾ ਘਰ ਆ ਜੀ ਬਰੈਂਪਟਨ ਦੇ ਵਿੱਚ ਐਵਰੇਜ ਘਰ ਲੈਣ ਦੇ ਲਈ ਮੈਂ ਕੁਆਲੀਫਾਈ ਹੀ ਨਹੀਂ ਕਰਦਾ। ਜਿਹੜੀ ਮੇਰੀ ਮੌਰਗੇਜ ਹੈ, ਜਿਹੜੇ ਅੱਜ ਦੇ ਹਾਲਾਤ ਨੇ ਜੀ, ਔਰ ਬਰੈਂਪਟਨ ਦੇ ਵਿੱਚ ਮੇਰੇ ਖਿਆਲ ਪਤਾ ਨਹੀਂ ਕੌਣ ਕੁਆਲੀਫਾਈ ਕਰਦਾ ਹੋਊ ਜੀ। ਜੇ ਤੁਸੀਂ ਸਸਤੇ ਤੋਂ ਸਸਤੀ ਮੌਰਗੇਜ ਲੈ ਕੇ ਵੀ ਸਪੋਜ਼ ਕਰੋ $1 ਮਿਲੀਅਨ ਦੀ ਤੁਸੀਂ ਮੌਰਗੇਜ ਲਈ ਆ ਤਾਂ ਉਹਨੂੰ ਕੈਰੀ ਕਰਨ ਦੀ ਜਿਹੜੀ ਕਾਸਟ ਆ, ਜਿਹੜੀ ਇਨਕਮ ਆ, ਉਹ ਇੱਕ ਆਪਣੇ ਉਹਦਾ ਜਿਹੜਾ ਹੈਗਾ $2,10,000 ਤੁਹਾਡੀ ਇਨਕਮ ਚਾਹੀਦੀ ਹੈ ਜੀ। ਜੇ ਬਰੈਂਪਟਨ ਤੁਸੀਂ ਐਵਰੇਜ ਘਰ ਸਸਤਾ ਜਿਹੜਾ ਲੈ ਲਿਆ, ਥੱਲੇ ਵਾਲਾ ਐਵਰੇਜ ਤੋਂ ਵੀ ਥੱਲੇ ਲੈ ਗਏ ਤੁਸੀਂ, ਫਿਰ ਵੀ ਜੇ ਤੁਸੀਂ 20-25-30% ਡਾਊਨ ਦਿੱਤਾ ਤਾਂ ਵੀ ਤੁਹਾਡੀ 2 ਲੱਖ ਦੀ ਇਨਕਮ ਚਾਹੀਦੀ ਹੈ। ਮੈਂ ਇੱਕ ਮੇਰੇ ਸੱਜਣ ਨੇ ਜੀ ਰੀਅਲ ਸਟੇਟ, ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ 70-80% ਡਾਕੂਮੈਂਟ ਨੇ ਮੈਨੂੰ ਲੱਗਦਾ ਵੀ ਇਹ ਗਲਤ ਬਣ ਰਹੇ ਨੇ। ਉਹ ਕਹਿੰਦਾ ਜੀ 99% ਹੀ ਗਲਤ ਬਣਦੇ ਨੇ, 1% ਕੋਈ ਆ ਜਾਂਦਾ ਗਲਤੀ ਨਾਲ, ਉਹ ਸਹੀ ਹੁੰਦਾ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਅਤੇ ਅੱਜ ਲੇਬਰ ਡੇ ਇੱਕ ਪਾਸੇ ਅਤੇ ਦੂਜੇ ਪਾਸੇ ਅਫੋਰਡੇਬਿਲਿਟੀ ਦਾ ਜਿਹੜਾ ਇੱਕ ਇਸ਼ੂ ਹੈ ਕੈਨੇਡਾ 'ਚ। ਅਸੀਂ ਪਿਛਲੇ ਕੁਛ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਅਤੇ ਇਹਨਾਂ ਦਿਨਾਂ ਦੇ ਸਾਡਾ ਇਰਾਦਾ ਹੈ ਕਿ ਇਸ ਇਸ਼ੂ ਦੇ ਉੱਤੇ ਗੱਲਬਾਤ ਕੀਤੀ ਜਾਏ। ਅਫੋਰਡੇਬਿਲਿਟੀ ਨੂੰ ਆਮ ਕਰਕੇ ਸਰਕਾਰਾਂ ਕਈ ਵਾਰ ਇਸ ਤਰ੍ਹਾਂ ਰਿਡਿਊਸ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਜੀ ਅਫੋਰਡੇਬਿਲਿਟੀ ਦਾ ਕ੍ਰਾਈਸਿਸ ਹੈ ਜੀ, ਲਓ ਜੀ ਅਸੀਂ $500 ਵਨ ਪੇਮੈਂਟ ਤੁਹਾਨੂੰ ਰੈਂਟ 'ਤੇ ਦੇ ਦਿੱਤੀ, ਕੋਈ ਮਦਦ, ਜਾਂ ਤੁਹਾਡੀ ਜਿਹੜੀ ਲਾਇਸੈਂਸ ਪਲੇਟ ਹੈ ਉਹਦੀ ਫੀਸ ਵਾਪਸ ਕਰ ਦਿੱਤੀ। ਸ਼ਾਇਦ ਇਹ ਇੰਨਾ ਨਹੀਂ ਹੈ। ਅਫੋਰਡੇਬਿਲਿਟੀ ਦੀ ਜਿਹੜੀ ਪ੍ਰੋਬਲਮ ਹੈ ਇਹ ਵੱਡੀ ਪ੍ਰੋਬਲਮ ਹੈ ਅਤੇ ਨਿਰਾ ਪੂਰਾ ਸਰਕਾਰ ਦੀਆਂ ਜਿਹੜੀਆਂ ਇਹ ਟੌਫੀਆਂ ਵੰਡਦੀ ਸਰਕਾਰ, ਉਹਦੇ ਨਾਲ ਇਹ ਹੱਲ ਹੋਣ ਵਾਲਾ ਨਹੀਂ ਹੈ। ਇਹਦੇ ਬਾਰੇ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਉਹਨੂੰ ਉਹਦੇ 'ਚ ਫੰਡਾਮੈਂਟਲ ਚੇਂਜਸ ਦੀ ਜ਼ਰੂਰਤ ਹੈ। ਆਮ ਕਰਕੇ ਜਦੋਂ ਅਸੀਂ ਅਫੋਰਡੇਬਿਲਿਟੀ ਦੀ ਗੱਲ ਕਰਦੇ ਹਾਂ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਸ਼ਾਇਦ ਜਿਹੜੇ ਕੋਈ ਮਿਨੀਮਮ ਵੇਜ 'ਤੇ ਕੰਮ ਕਰਨ ਵਾਲੇ ਲੋਕ ਨੇ, ਜਾਂ ਇਕੱਲੇ ਰਹਿੰਦੇ ਨੇ, ਸਿੰਗਲ ਇਨਕਮ ਹੈ, ਜਾਂ ਜਿਹੜੇ ਸੀਨੀਅਰਸ ਨੇ ਸਿਰਫ ਪੈਨਸ਼ਨ 'ਤੇ ਰਹਿ ਰਹੇ, ਸ਼ਾਇਦ ਉਹਨਾਂ ਦੀ ਪ੍ਰੋਬਲਮ। ਇਹ ਵੀ ਕਈ ਵਾਰ ਜਿਹੜਾ ਹੈ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ। ਅਸਲ 'ਚ ਜਿਹੜੀ ਅਫੋਰਡੇਬਿਲਿਟੀ ਦੀ ਪ੍ਰੋਬਲਮ ਹੈ ਇਹ ਬਹੁਤ ਵੱਡੇ ਸੈਕਸ਼ਨ ਦੀ ਪ੍ਰੋਬਲਮ ਹੈ। ਇੱਕ ਸੈਕਸ਼ਨ ਹੈ ਥੋੜ੍ਹਾ ਜਿਹਾ ਜਿਹਦੀ ਅਨਲਿਮਿਟਡ ਇਨਕਮ ਹੋ ਸਕਦੀ ਹੈ, ਜਾਂ ਇਨਕਮ ਦਾ ਲੈਵਲ ਬਹੁਤ ਜ਼ਿਆਦਾ ਹੋ ਸਕਦਾ, ਪਰ ਜਿਹੜੇ ਜੋਬਸ ਕਰਨ ਵਾਲੇ ਨੇ ਤਕਰੀਬਨ ਸਾਰੇ, ਭਾਵੇਂ ਬਹੁਤ ਅੱਛੀ ਜੋਬ ਕਰਨ ਵਾਲੇ ਨੇ, ਉਹ ਵੀ ਇਸ ਕ੍ਰਾਈਸਿਸ ਦਾ ਸਾਹਮਣਾ ਕਰ ਰਹੇ ਨੇ। ਜਿਹੜੇ ਬਾਕੀ ਵਾਲੇ ਨੇ ਉਹਨਾਂ ਦਾ ਤਾਂ ਅੰਦਾਜ਼ਾ ਆਪਾਂ ਇਸੇ ਤੋਂ ਲਾ ਸਕਦੇ ਹਾਂ। ਸੋ ਅੱਜ ਅਸੀਂ ਜਿਹੜੇ ਇਸ ਸੀਰੀਜ਼ ਅਸੀਂ ਪਹਿਲੇ ਜਿਹੜੇ ਗੈਸਟ ਬੁਲਾਏ ਨੇ, ਉਹ ਜਿਹੜੇ ਜੋਬਸ ਕਰਨ ਵਾਲਿਆਂ 'ਚੋਂ, ਉਹਨਾਂ ਜੋਬਸ ਕਰਨ ਵਾਲਿਆਂ 'ਚੋਂ ਨੇ ਜਿਹੜੇ ਠੀਕ ਠਾਕ ਜਿਨ੍ਹਾਂ ਦੀ ਇਨਕਮ ਹੈ, ਅਤੇ ਜਿਹੜੇ ਪਿਛਲੇ ਟਾਈਮ 'ਚ ਆਪਣੀ ਜੋਬ ਤੋਂ ਬੜੇ ਖੁਸ਼ ਵੀ ਨੇ ਅਤੇ ਖੁਸ਼ ਰਹੇ ਨੇ, ਅਤੇ ਜਿਨ੍ਹਾਂ ਲਈ ਕੋਈ ਅਫੋਰਡੇਬਿਲਿਟੀ ਬਹੁਤ ਵੱਡੀ ਪ੍ਰੋਬਲਮ ਨਹੀਂ ਸੀ ਕਦੇ ਰਹੀ। ਅਤੇ ਉਹ ਆਪਣੇ ਕੁਛ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਗੇ ਅਤੇ ਇਸ ਤੋਂ ਫਿਰ ਬਾਕੀਆਂ ਦਾ ਅੰਦਾਜ਼ਾ ਅਸੀਂ ਆਪਣੇ ਆਪ ਲਾ ਸਕਦੇ ਹਾਂ। ਸਾਡੇ ਨਾਲ ਰਾਜ ਚੱਜ ਨੇ ਜਿਹੜੇ ਕਿ ਐਕਟਿਵਿਸਟ ਵੀ ਨੇ, ਕਮਿਊਨਿਟੀ 'ਚ ਵਿਚਰਦੇ ਨੇ, ਇੱਕ ਬੜੇ ਜਾਗਰੂਕ ਸਿਟੀਜ਼ਨ ਨੇ, ਅਤੇ ਪ੍ਰੋਬਲਮਸ ਨੂੰ ਇੱਕ ਤਰਕ ਨਾਲ, ਦਲੀਲ ਨਾਲ ਸਮਝ ਸਕਦੇ ਨੇ ਅਤੇ ਐਕਸਪਲੇਨ ਕਰ ਸਕਦੇ ਨੇ। ਅਤੇ ਰਾਜ ਜੀ ਬਹੁਤ ਬਹੁਤ ਸ਼ੁਕਰੀਆ। ਸ਼ਮੀਲ ਜੀ ਧੰਨਵਾਦ। ਇਹ ਬੜਾ ਵੈਸੇ ਤੁਹਾਨੂੰ ਹੈਰਾਨੀ ਹੋਊਗੀ ਵੀ ਅਸੀਂ ਤੁਹਾਨੂੰ ਕਿਸ ਕੰਮ ਵਾਸਤੇ ਬੁਲਾਇਆ। ਬਿਲਕੁਲ ਅਲੱਗ ਵਿਸ਼ਾ ਜੀ ਮੇਰੇ, ਹੈ ਨਾ। ਪਰ ਮੇਰਾ ਖਿਆਲ ਹੈ ਇਹ ਤਰੀਕਾ ਇਹੀ ਹੋ ਸਕਦਾ ਇੱਕ ਕਿ ਸ਼ਾਇਦ ਮੇਰਾ ਵੀ ਤੁਹਾਡੇ ਬਾਰੇ ਇੰਪਰੈਸ਼ਨ ਇਹ ਰਿਹਾ ਕਿ ਤੁਸੀਂ ਠੀਕ ਠਾਕ ਗੁਜ਼ਾਰਾ ਕਰਨ ਵਾਲੇ ਬੰਦੇ ਹੋ ਅਤੇ ਤੁਹਾਡੀ ਠੀਕ ਠਾਕ ਵਧੀਆ ਜੋਬ ਹੈ ਅਤੇ ਤੁਹਾਡੇ ਲਈ ਅਤੇ ਅਫੋਰਡੇਬਿਲਿਟੀ ਵਾਲਾ ਕੋਈ ਇਸ਼ੂ ਨਹੀਂ ਹੋ ਸਕਦਾ। ਨਹੀਂ, ਜਦੋਂ ਤੁਸੀਂ ਸੁਸਾਇਟੀ 'ਚ ਰਹਿੰਦੇ ਹੋ ਜੀ, ਜੋ
ਮਹਿੰਗਾਈ ਜਿਹਨੂੰ ਆਪਾਂ ਦੇਸੀ ਲਫ਼ਜ਼ਾਂ 'ਚ ਕਹਿੰਦੇ ਹਾਂ, ਜਦੋਂ ਮਹਿੰਗਾਈ ਵੱਧ ਰਹੀ ਹੈ, ਚਾਹੇ ਗਰੋਸਰੀ ਦੀ ਹੈ, ਚਾਹੇ ਘਰਾਂ ਦੀ ਹੈ, ਚਾਹੇ ਹੋਰ ਜਿਹੜੇ ਅਸੀਂ ਹਾਊਸ ਹੋਲਡ ਦੇ ਵਿੱਚ ਚੀਜ਼ਾਂ ਖਰਚਦੇ ਹਾਂ, ਇਫੈਕਟ ਤਾਂ ਹਰ ਬੰਦੇ ਨੂੰ ਕਰਦਾ ਜੀ। ਠੀਕ ਆ, ਜਿਹੜੇ ਅਪਰ ਕਲਾਸ ਨੇ, ਜਿਹੜੇ 1% ਹੈਗੇ ਨੇ, ਉਹਨਾਂ 'ਤੇ ਸ਼ਾਇਦ ਘੱਟ ਉਹਨਾਂ ਨੂੰ ਇਸ ਬਾਰੇ ਸੋਚਣਾ ਪੈਂਦਾ ਜਾਂ ਉਹਨਾਂ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਪਰੰਤੂ ਜੋ ਵਰਕਿੰਗ ਕਲਾਸ ਹੈਗਾ ਜਾਂ ਅਪਰ ਮਿਡਲ ਕਲਾਸ ਲਾ ਲਓ, ਮਿਡਲ ਕਲਾਸ ਲਾ ਲਓ, ਜਿਹੜੀ ਓਵਰਆਲ ਜਿਹੜਾ ਇੱਕ ਸੈਗਮੈਂਟ ਹੈਗਾ ਜਿਹੜਾ ਕਿ ਸ਼ਰਿੰਕ ਹੋ ਰਿਹਾ ਹੁਣ, ਜਾਂ ਤਾਂ ਜਿਹੜੀ ਪੋਲੈਰਿਟੀ ਹੈਗੀ, ਜਾਂ ਤਾਂ ਬੰਦੇ ਥੱਲੇ ਨੂੰ ਪੁਸ਼ ਹੋ ਰਹੇ ਨੇ ਜਾਂ ਉੱਪਰ ਨੂੰ ਜਾ ਰਹੇ ਨੇ। ਜੇ ਆਪਾਂ ਐਵਰੇਜ ਇਨਕਮ ਗਿਣੀਏ ਤਾਂ ਐਵਰੇਜ ਇਨਕਮ ਨੂੰ ਅਸੀਂ ਕਹਿ ਸਕਦੇ ਹਾਂ ਵੱਧ ਰਹੀ ਹੈ, ਪਰ ਵੱਧ ਕਿੰਨਾ ਦੀ ਰਹੀ ਹੈ? ਜਿਹੜੇ ਟੌਪ 'ਤੇ 1% ਬੈਠੇ ਨੇ ਜਾਂ 5% ਬੈਠੇ ਆ ਜਾਂ 10% ਬੈਠੇ ਆ, ਉਹਨਾਂ ਦੀ ਸ਼ਾਇਦ ਵਧੀ ਹੋਵੇ ਪਿਛਲੇ 30-40 ਸਾਲਾਂ 'ਚ ਇਨਕਮ। ਜਿਹੜਾ ਆਮ ਬੰਦਾ ਹੈਗਾ ਉਹਦੀ ਇਨਕਮ ਜਿਹੜੀ ਕੰਪੈਰੇਟਿਵ ਰੇਸ਼ੋ ਹੈਗੀ ਮਹਿੰਗਾਈ ਦੇ ਨਾਲ ਜਾਂ ਇਨਫਲੇਸ਼ਨ ਦੇ ਨਾਲ, ਉਹ ਪ੍ਰੋਪਰ ਉਨੀ ਨਹੀਂ ਵੱਧ ਰਹੀ। ਇੱਕ ਸਿੰਪਲ ਜੀ ਮੈਂ ਇਹਦੇ ਵਿੱਚ ਐਡੀਸ਼ਨ ਕਰਨੀ ਮੰਗਦਾ। OECD ਦੇ ਵਿੱਚ ਮੰਨ ਲਓ ਜਿਹੜੇ 40 ਕੁ ਕੰਟਰੀ ਹੈਗੇ ਆ, 80ਵਿਆਂ ਦੇ ਵਿੱਚ ਕੈਨੇਡਾ, ਉਹਨਾਂ ਦੇ ਵਿੱਚ ਐਵਰੇਜ ਜਿਹੜੀ GDP ਸੀ ਪਰ ਕੈਪੀਟਾ ਉਹਦੇ ਵਿੱਚ $3000 ਐਕਸਟਰਾ, ਯਾਨੀ ਕਿ ਅਬਵ ਐਵਰੇਜ ਸੀਗਾ। ਜਿਹੜੇ ਉੱਪਰਲੇ 1/3 ਕੰਟਰੀ ਨੇ ਉਹਨਾਂ ਸੀਗਾ। ਪਰ ਜੇ ਤੁਸੀਂ ਉਹ ਫਿਗਰ ਹੁਣ ਲਓ ਕੰਪੈਰੇਟਿਵਲੀ, ਤਾਂ $5000 OECD ਦੀ ਜਿਹੜੀ ਫਿਗਰ ਆ ਐਵਰੇਜ ਪਰ ਕੈਪੀਟਾ, ਉਹਦੇ ਵਿੱਚ ਉਹ ਐਵਰੇਜ ਨਾਲੋਂ $5000 ਪਿੱਛੇ ਚਲਿਆ ਗਿਆ। ਯਾਨੀ ਕਿ ਜੇਕਰ ਤੁਸੀਂ ਇਨਫਲੇਸ਼ਨ ਨੂੰ ਵੀ ਇੰਡੈਕਸ ਕਰੋ ਜਾਂ ਹੋਰ ਖਰਚਿਆਂ ਨੂੰ ਵੀ ਦੇਖੋ, ਅਤੇ ਇਹਦਾ ਮਤਲਬ ਜੋ ਅੱਜ ਤੋਂ 35 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਕੈਨੇਡੀਅਨ ਐਵਰੇਜ ਬੰਦਾ ਕਮਾ ਰਿਹਾ ਸੀ, ਉਹਦੇ ਨਾਲੋਂ $8000 ਉਹ ਘੱਟ ਕਮਾ ਰਿਹਾ। ਅਤੇ ਠੀਕ ਆ, ਹਜੇ ਉਹਦੀ ਕੰਪੈਰੇਟਿਵ ਜਿਹੜੀ ਇਨਕਮ ਉਹ ਵੱਧ ਗਈ ਹੈ। ਪਰ ਜਦੋਂ ਤੁਸੀਂ ਇਨਫਲੇਸ਼ਨ ਲਾਓ ਜਾਂ ਹੋਰ ਚੀਜ਼ਾਂ ਲਾਓ, ਜਿਹਦੇ ਵਿੱਚ ਅਸੀਂ ਅਫੋਰਡੇਬਿਲਟੀ ਫੇਰ ਲੈ ਕੇ ਆ ਗਏ। ਸਾਡੇ 2 ਵੱਡੇ ਕੰਪੋਨੈਂਟ ਹੈਗੇ ਖਰਚੇ ਦੇ, ਪਹਿਲਾਂ ਤਾਂ ਘਰ ਹੈਗਾ ਜੀ, ਉਸ ਤੋਂ ਬਾਅਦ ਕਾਰ ਹੈਗੀ। ਇਹੀ ਸਾਡਾ ਬਹੁਤ ਜ਼ਿਆਦਾ ਵੱਡਾ ਐਕਸਪੈਂਸ, ਜਿਹੜਾ ਸਾਡੀ ਇਨਕਮ ਦਾ ਬਹੁਤ ਵੱਡਾ ਪਾਰਟ ਇਹ ਜਿਹੜੇ ਕਿ ਕੰਜ਼ਿਊਮ ਕਰ ਲੈਂਦੇ ਆ। ਇਹਦੇ 'ਚ ਸਭ ਤੋਂ ਵੱਡਾ ਜਿਹੜਾ ਅਸਲ ਵਿੱਚ ਸਾਰੀ ਗੇਮ ਜਿਹੜੀ ਹਿਲਾਈ ਹੈ ਉਹ ਹਾਊਸਿੰਗ ਨੇ ਹਿਲਾਈ ਹੈ। ਹਾਊਸਿੰਗ ਦੇ ਨਾਲ ਮੈਂ ਕਹਿੰਦਾ ਜੀ, ਜਿਹੜਾ ਇਹਦਾ ਪ੍ਰਾਇਮਰੀ ਰਿਸਪੋਂਸੀਬਿਲਟੀ ਜਿਹੜੀ ਹੈਗੀ, ਜਿਹੜੀ ਸੁਸਾਇਟੀ ਨੇ, ਇੱਕ ਜਿਹੜਾ ਚੀਪ ਕ੍ਰੈਡਿਟ ਸੀਗਾ, ਜਿੰਨੀ ਵੀ ਸਾਰੀ ਇਕਨੋਮਿਕ ਸਾਡੀ ਗਰੋਥ ਹੋਈ ਜਾਂ ਜਿੰਨੀ ਇਕਨੋਮਿਕ ਐਕਟੀਵਿਟੀ ਹੋਈ, ਉਹਨੂੰ ਅਸੀਂ ਜਿਹੜਾ ਚੀਪ ਕ੍ਰੈਡਿਟ ਦੇ ਆਲੇ ਦੁਆਲੇ ਜਿਹੜਾ ਡੈਟ ਲੋਡ ਕਰਕੇ ਜਾਂ ਜਿਹਨੂੰ ਕਰਜ਼ਾ ਚੱਕ ਕੇ, ਅਸੀਂ ਸਿਆਣੇ ਵਾਲੀ ਉਹ ਪੁਰਾਣੀ ਗੱਲ ਵੀ ਚਾਦਰ ਦੇਖ ਕੇ ਪੈਰ ਪਸਾਰੋ, ਹੁਣ ਤਾਂ ਮੰਦਾ ਵੀ ਨਹੀਂ ਦੇਖ ਰਹੇ ਲੋਕੀ ਵੀ। ਇਸ ਹਿਸਾਬ ਨਾਲ ਜਿਹੜੇ ਖਰਚੇ ਅਸੀਂ ਵਧਾ ਲਏ ਨੇ ਜਾਂ ਵੱਧ ਗਏ ਨੇ, ਜਾਂ ਸਾਨੂੰ ਅਣਜਾਣੇ ਹੀ ਅਸੀਂ ਇਸ ਜਿਹੜੇ ਲਹਿਰ ਦੇ ਵਿੱਚ ਖਿੱਚੇ ਗਏ ਹਾਂ ਜਾਂ ਤੂਫਾਨ ਦੇ ਵਿੱਚ ਖਿੱਚੇ ਗਏ ਹਾਂ। ਸਾਡੇ ਆਲੇ ਦੁਆਲੇ ਐਡਵਰਟਾਈਜ਼ਮੈਂਟ ਇਹੋ ਜਿਹੀ ਚੱਲ ਰਹੀ ਆ, ਸਾਰਾ ਦਿਨ ਸਾਡੇ 'ਤੇ ਬੰਬਾਰਡਮੈਂਟ ਹੋ ਰਹੀ ਆ, ਅਸੀਂ ਰੈਸ਼ਨਲ ਨਹੀਂ ਸੋਚ ਰਹੇ। ਇੱਕ ਪ੍ਰਾਈਮ ਐਗਜ਼ਾਮਪਲ ਆ ਜੀ, ਆਪਣੇ ਵਰਲਡ ਵਾਰ ਤੋਂ ਬਾਅਦ ਜਿਹੜਾ ਐਵਰੇਜ ਫੈਮਿਲੀ ਸਾਈਜ਼ ਆ ਜੀ, ਉਹ ਅੱਧ ਤੋਂ ਵੀ ਥੱਲੇ ਰਹਿ ਗਿਆ। ਮੰਨ ਲਓ ਜੀ, ਅੱਗੇ ਅਸੀਂ ਲਾਈਏ ਵੀ ਇੱਕ ਫੈਮਿਲੀ ਦੇ ਵਿੱਚ, ਹਾਊਸ ਹੋਲਡ ਦੇ ਵਿੱਚ 6 ਬੰਦੇ ਹੁੰਦੇ ਸੀ ਜਾਂ 5 ਹੁੰਦੇ ਸੀ, ਉਹ ਹੁਣ 2 ਵੀ ਹੈ ਨਹੀਂ ਗੇ ਜੀ। ਇੱਕ ਫੈਮਿਲੀ ਦੇ ਵਿੱਚ 1.9 1.8 ਤੇ ਸਾਡੀ ਫੈਮਿਲੀ ਦਾ ਸਾਈਜ਼ ਆ ਗਿਆ ਐਵਰੇਜ। ਪਰੰਤੂ ਜਿਹੜਾ ਹਾਊਸ ਦਾ ਸਾਈਜ਼ ਹੈਗਾ ਸਾਡਾ ਡਬਲ ਤੋਂ ਵੀ ਜ਼ਿਆਦਾ ਹੋ ਗਿਆ। ਮੰਨ ਲਓ ਜੀ, ਉਦੋਂ 1000 ਸਕੁਏਅਰ ਫੀਟ ਸੀਗਾ ਅਤੇ ਹੁਣ 2500 ਸਕੁਏਅਰ ਫੀਟ ਦੇ ਨੇੜੇ ਚੱਲਿਆ ਗਿਆ। ਅਤੇ ਉਹ ਅਸੀਂ, ਹਾਲਾਂਕਿ ਸਾਨੂੰ ਉਹਦੀ ਲੋੜ ਹੈ ਜਾਂ ਨਹੀਂ ਹੈ, ਜਾਂ ਸਾਡੀ ਜ਼ਰੂਰਤ ਸੀਗੀ ਜਾਂ ਅਸੀਂ ਉਹ ਚਾਹੁੰਦੇ ਸੀਗੇ, ਹੁਣ ਉਹ ਲੋੜਾਂ ਨਾਲੋਂ ਚਾਹਤਾਂ ਜਿਹੜੀਆਂ ਓਵਰਟੇਕ ਕਰ ਗਈਆਂ, ਅਤੇ ਉਹ ਅਸੀਂ ਆਪਣੇ ਆਪ ਹੀ ਇਹਦੇ ਵਿੱਚ ਕਿਸੇ ਤਰੀਕੇ ਨਾਲ ਇਹ ਜਿਹੜੇ ਚੱਕਰਵਿਊਹ ਦੇ ਵਿੱਚ ਫਸ ਗਏ। ਜਿਹੜਾ ਡੈਟ ਸੀਗਾ ਸਸਤਾ ਸੀਗਾ, ਬਹੁਤ ਚੀਪ ਕ੍ਰੈਡਿਟ ਮਿਲ ਰਿਹਾ ਸੀ, ਉਹਦੇ ਵਿੱਚ ਅਸੀਂ ਜੇ ਹੁਣ ਅਸੀਂ ਹਾਊਸ ਹੋਲਡ ਡੈਟ ਲਾਈਏ ਜੀ ਕੈਨੇਡੀਅਨ ਦਾ, ਸਾਰੇ ਕੈਨੇਡੀਅਨ ਜੀ $1 ਉਹ ਕਮਾ ਰਹੇ ਨੇ ਤਾਂ $1.84 ਉਹਨਾਂ 'ਤੇ ਉਹਦਾ ਖਰਚਾ ਚੱਲ ਰਿਹਾ ਜਾਂ ਕਰਜ਼ਾ ਹੈ। 84 ਸੈਂਟ ਰੋਜ਼ ਦੇ ਉਹ ਇੱਕ ਦਿਨ ਦੇ ਉਹ $1 ਕਮਾ ਕੇ ਲਿਆਏ ਤਾਂ 84 ਸੈਂਟ ਉਹ ਐਕਸਟਰਾ ਖਰਚੀ ਬੈਠੇ ਨੇ ਉਹਦੇ 'ਤੇ। ਅਤੇ ਉਸ ਕਰਕੇ ਅਸੀਂ ਉਹ ਟਰਬਲ ਦੇ ਵਿੱਚ ਚੀਪ ਕ੍ਰੈਡਿਟ ਨੇ ਜਿਹੜੀ ਇਕੋਨਮੀ ਸੀ ਉਹ ਫਿਊਲ ਕੀਤੀ, ਇਨਫਲੇਸ਼ਨ ਵਧੀ, ਅਤੇ ਉਹ ਜਿਹੜਾ ਅਫੋਰਡੇਬਿਲਟੀ ਦੇ ਅਸੀਂ ਵੈਸੇ ਸ਼ਾਇਦ ਇਸ ਗੱਲ ਨੂੰ ਹਰੇਕ ਬੰਦਾ ਮਹਿਸੂਸ ਨਹੀਂ ਕਰਦਾ ਕਿ ਅਸਲ ਦੇ ਵਿੱਚ ਤੇ ਉਹ ਕਰਜ਼ੇ 'ਚ ਹੈ। ਬਿਲਕੁਲ ਜੀ, ਅਸੀਂ ਲੱਗੀ ਜਾਂਦਾ ਮੈਂ ਕੁਛ ਬਣਾ ਲਿਆ। ਇਹ ਦੇਖੋ ਨਾ ਜੀ, ਤੁਸੀਂ ਚਾਹੇ ਕੈਨੇਡਾ ਦੀ ਗੱਲ ਕਰੋ, ਚਾਹੇ OECD ਵਿਕਸਿਤ ਦੇਸ਼ਾਂ ਦੀ ਗੱਲ ਕਰੋ, ਚਾਹੇ ਤੁਸੀਂ ਇੰਡੀਆ ਦੀ ਗੱਲ ਕਰੋ, ਜਿਹੜੇ ਲਾਈਫ ਸਟਾਈਲ ਅਸੀਂ ਹੁਣ ਮੇਨਟੇਨ ਕਰ ਰਹੇ ਹਾਂ, ਉਹਦੀ ਜਿਹੜਾ ਬੇਸ ਹੈਗਾ, ਜਿਹਨੂੰ ਅਸੀਂ ਕਹਿੰਦੇ ਜਿਹਦੇ 'ਤੇ ਅਫੋਰਡੇਬਿਲਟੀ ਬਣਨੀ ਹੈ। ਜੇ ਸਾਡੇ ਕੋਲ 100 ਰੁਪਏ ਹੈਗੇ ਜੀ, ਅਸੀਂ 95 ਰੁਪਏ ਖਰਚ ਰਹੇ ਹਾਂ, ਤਾਂ ਕੋਈ ਗੱਲ ਨਹੀਂ, ਉਹ ਤੁਹਾਡਾ ਗੁਜ਼ਾਰਾ ਚੱਲ ਰਿਹਾ ਅਤੇ ਉਹ ਤੁਸੀਂ ਵਿਦਿਨ ਪੈਰਾਮੀਟਰ ਹੈਗੇ ਹੋ ਜਾਂ ਕੰਟਰੋਲ ਦੇ ਵਿੱਚ ਹੈਗੇ ਹੋ। ਪਰੰਤੂ ਹੁਣ ਜਿਹੜੇ ਅਸੀਂ ਦੇਖ ਰਹੇ ਆਲਾ ਦੁਆਲਾ ਜਾਂ ਸਾਡੇ ਜੋ ਵੀ
ਮਿੱਤਰ ਬੇਲੀ ਹੈਗੇ ਜਾਂ ਸੁਸਾਇਟੀ ਹੈਗੀ, ਉਹਦੇ ਵਿੱਚ ਜ਼ਿਆਦਾ ਜਿਹੜਾ ਸੁਸਾਇਟੀ ਦੇ ਵਿੱਚ ਇਕਨੋਮਿਕ ਐਕਟੀਵਿਟੀਜ਼ ਬੇਸਡ ਔਨ ਡੈਟ, ਕਰਜ਼ੇ ਦੇ ਉੱਤੇ। ਮੰਨ ਲਓ ਜੀ ਮੇਰੇ ਕੋਲੇ ਮਿਲੀਅਨ ਦੀਆਂ ਬਿਲਡਿੰਗਾਂ ਨੇ, ਮਿਲੀਅਨ ਦਾ ਬਿਜ਼ਨਸ ਆ, ਪਰ ਉਹਦੇ ਉੱਤੇ ਜੇ ਅਸੀਂ ਓਵਰਆਲ ਦੇਖੀਏ ਤਾਂ ਜਿਹੜਾ ਡੈਟ ਲੋਡ ਵੀ ਕਾਫੀ ਵੱਡਾ ਹੈਗਾ। ਉਹਨੂੰ ਸਰਵਿਸ ਕਰਨਾ ਜਾਂ ਸਾਡੀ ਜਿਹੜਾ ਕੈਸ਼ ਫਲੋ ਆ ਉਹ ਕਿਸੇ ਟਾਈਮ ਵੀ ਪ੍ਰੋਬਲਮ 'ਚ ਆ ਸਕਦਾ। ਜਿਸ ਤਰ੍ਹਾਂ ਹੁਣ ਇੰਟਰਸਟ ਰੇਟ ਵਧੇ ਨੇ ਜੀ, ਜਿਹੜੀ ਬੋਰਿੰਗ ਕੋਸਟ ਆ ਉਹ ਹਜੇ ਵੀ ਹਾਲਾਂਕਿ ਹਿਸਟੋਰੀਕਲੀ ਬੜੀ ਲੋ ਹੈਗੀ, ਪਰੰਤੂ ਉਹਦੇ ਨਾਲ ਕਈਆਂ ਦੇ ਬਜਟ ਨੂੰ ਬੜੀ ਪਰੇਸ਼ਾਨੀ ਆ ਰਹੀ ਆ। ਅਤੇ ਜੇ ਅਸੀਂ ਘਰਾਂ ਦੀਆਂ ਪ੍ਰਾਈਸਾਂ ਲਾਈਏ ਜੀ, ਮੈਂ ਤੁਹਾਨੂੰ ਆਪਣੀ ਪਰਸਨਲ ਗੱਲ ਦੱਸਦਾ ਜੀ, ਮੈਂ 97 ਦੇ ਵਿੱਚ ਘਰ ਲਿਆ ਸੀਗਾ ਜੀ, ਜੋਬ ਵੀ ਠੀਕ ਠਾਕ ਸੀਗੀ, ਅਤੇ ਮੈਂ 98,000 ਦੀ ਮੌਰਟਗੇਜ ਲਈ ਸੀਗੀ। ਅਤੇ ਮੈਨੂੰ ਕਾਫੀ ਵਾਰ ਇਹ ਸੋਚਣਾ ਪੈਂਦਾ ਸੀ ਜੇ ਮੇਰੀ ਜੋਬ ਲੂਜ਼ ਹੋ ਗਈ ਤਾਂ ਮੈਂ ਇਹ ਪੈਸੇ ਕਿੱਥੋਂ ਪੂਰੇ ਕਰਾਂਗਾ। ਹਾਲਾਂਕਿ ਲੱਖ ਤੋਂ ਘੱਟ ਸੀਗੀ, ਜੋਬ ਵੀ ਅੱਛੀ ਸੀਗੀ, ਪਰ ਫਿਰ ਵੀ ਤੁਹਾਨੂੰ ਇੱਕ ਚਿੰਤਾ ਹੁੰਦੀ ਸੀ ਵੀ ਯਾਰ ਜੇ ਮੈਂ ਜੋਬ ਲੂਜ਼ ਕਰ ਗਿਆ ਤਾਂ ਮੈਂ ਕਿਸ ਤਰ੍ਹਾਂ ਅਫੋਰਡ ਕਰਾਂਗਾ, ਮੇਰੇ ਕੀ ਹੋਰ ਵੈਨਿਊ ਹੈਗੇ, ਜਾਂ ਮੈਂ ਕਿਸ ਤਰ੍ਹਾਂ ਇਹਨੂੰ ਅਫੋਰਡ ਕਰਾਂਗਾ। ਪਰੰਤੂ ਅੱਜ ਕੱਲ੍ਹ ਤੁਸੀਂ 1 ਮਿਲੀਅਨ ਦੀ ਮੌਰਟਗੇਜ ਬੜੀ ਕਾਮਨ ਚੀਜ਼ ਆ ਜੀ, ਬੜੇ ਲੋਕ ਹੱਸ ਕੇ ਉਹਨੂੰ ਲੈ ਰਹੇ ਨੇ। ਇੰਟਰਸਟ ਰੇਟ ਲੋ ਸੀਗੇ, ਹੁਣ ਹਜੇ ਵੀ ਲੋ ਨੇ, ਪਰੰਤੂ ਹੁਣ ਉਹਦੀ ਕੋਸਟ ਜਿਹੜੀਆਂ ਆਪਾਂ ਨੋਰਮਲਾਈਜ਼ ਜਿਹਨੂੰ ਕਹਿੰਦੇ ਹੋ ਰਹੀਆਂ ਨੇ, ਅਤੇ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਸਾਰੇ ਵਰਲਡ ਦੇ ਵਿੱਚ ਹੀ, ਕੈਨੇਡਾ ਦੇ ਵਿੱਚ ਖਾਸ ਕਰਕੇ। ਦੇਖੋ ਜਿਹੜੀ ਇਨਕਮ ਮਤਲਬ ਤੁਸੀਂ ਤਾਂ ਚਲੋ ਫਿਰ ਵੀ ਕਈ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਆ, ਜਿਹੜੇ ਤੁਹਾਡੇ ਵਾਲੀ ਜਨਰੇਸ਼ਨ ਹੈ ਉਹਨਾਂ ਦੇ ਤਾਂ ਇੱਥੇ ਫਿਰ ਵੀ ਚਲੋ ਇੱਕ ਪੈਰ ਲੱਗ ਗਏ ਜੀ ਜੀ। ਜੇ ਹੁਣ ਤੁਹਾਡੇ ਵਾਲੀ ਇਨਕਮ ਵੀ ਹੋਵੇ ਅਤੇ ਜਿਹੜਾ ਬੰਦਾ ਹੁਣ ਆਇਆ ਹੋਵੇ, ਜਿਹਨੂੰ ਪਿਛਲੇ 2 ਸਾਲ ਜਾਂ 3 ਸਾਲ ਪਹਿਲਾਂ ਆਇਆ ਹੋਵੇ, ਉਹ ਬੰਦਾ ਤੇ ਹੁਣ ਮਤਲਬ ਕੋਈ ਬੇਸਿਕ ਮਿਨੀਮਮ ਜਿਹੜਾ ਕੋਈ ਛੋਟੇ ਤੋਂ ਛੋਟਾ ਮਕਾਨ ਹੈ ਉਹ ਵੀ ਨਹੀਂ ਲੈ ਸਕਦਾ। ਮੈਂ ਇੱਕ ਪਰਸਨਲ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੀ ਆਪਾਂ ਚਲੋ ਇਕਨੋਮਿਕ ਫਿਗਰਾਂ ਦੇ ਵਿੱਚ ਨਾ ਜਾਈਏ ਜਾਂ ਇਕਨੋਮਿਕ ਜਾਰਗੋਂ ਦੇ ਵਿੱਚ ਨਾ ਜਾਏਗੀ। 97 ਦੇ ਵਿੱਚ ਮੈਂ ਘਰ ਲਿਆ ਸੀਗਾ ਜੀ ਆਪਣਾ ਇੱਕ ਪਰਸਨ, ਮੇਰੇ ਕੋਲ ਹਜੇ ਵੀ ਉਹੀ ਘਰ ਆ ਜੀ। ਮੈਂ ਉਹ ਸਵਿਚ ਜਾਂ ਫਲਿੱਪ ਉਸ ਕੰਮ ਦੇ ਵਿੱਚ ਨਹੀਂ ਵਿਸ਼ਵਾਸ ਕਰਦਾ, ਚੱਕਰ 'ਚ ਨਹੀਂ ਪਏ। ਹਾਂਜੀ, ਅਤੇ ਮੰਨ ਲਓ ਜੀ ਮੈਂ ਉਸ ਟਾਈਮ ਦੇ ਉੱਤੇ ਆਪਣੀ ਜਿਹੜੀ ਮੇਰੀ ਇਨਕਮ ਹੈਗੀ ਸਾਲਾਨਾ, ਉਹਨੂੰ ਮੈਂ 3 ਗੁਣਾ ਜਾਂ 4 ਗੁਣਾ ਜਾਂ 3.5 ਗੁਣਾ ਦੇ ਨਾਲ ਮੈਂ ਇੱਕ ਬੇਸਿਕ ਘਰ ਲੈ ਸਕਦਾ ਸੀਗਾ ਜੀ 97 ਦੇ ਵਿੱਚ। ਮੇਰੇ ਕੋਲ ਉਹੀ ਜੋਬ ਆ ਜੀ, ਅੱਛੀ ਜੋਬ ਆ, ਪਰੰਤੂ ਹੁਣ ਜੇ ਮੈਂ ਉਹੀ ਘਰ ਹੁਣ ਲੈਣਾ ਜੀ, ਅਤੇ ਹੁਣ ਮੈਨੂੰ 15 ਸਾਲ 16 18 ਸਾਲ ਦੀ ਜਿਹੜੀ ਇਨਕਮ ਆ ਬੇਸਡ ਔਨ ਕਿੱਥੋਂ ਆਪਾਂ ਫਿਗਰ 'ਚ ਪਿਕ ਕਰੀਏ, ਅਤੇ ਹੁਣ ਕਿੱਥੇ ਉਹ ਘਰ ਮੈਂ ਜੀ 3.5 ਸਾਲ ਦੀ ਇਨਕਮ ਨਾਲ ਅਫੋਰਡ ਕਰ ਸਕਦਾ ਜੀ। ਹੁਣ ਮੈਂ ਉਹੀ ਘਰ ਬਿਲਕੁਲ ਸੇਮ ਘਰ ਜੇ ਮੈਂ ਅੱਜ ਲੈਣਾ ਹੋਵੇ ਤਾਂ ਮੈਨੂੰ 16-17 ਸਾਲ ਦੀ ਇਨਕਮ ਚਾਹੀਦੀ ਹੈ ਜੋ ਘਰ ਨੂੰ ਅਫੋਰਡ ਕਰਨ ਦੀ। ਅੱਛਾ, ਉਹਦੇ ਵਿੱਚ ਇੱਕ ਹੋਰ ਜਿਹੜਾ ਫੈਕਟਰ ਆ, ਅਸੀਂ ਚਲੋ ਜੁਆਇੰਟ ਫੈਮਲੀਆਂ ਤੋਂ ਕੁਆਲੀਫਾਈ ਕਰਨੀ ਜੀ, ਰੀਅਲ ਬਾਏ ਕਰਨ ਦੇ ਲਈ ਵੀ। ਹਾਂਜੀ, ਪਹਿਲੀ ਗੱਲ ਤਾਂ ਜੀ ਇੱਕ ਤਾਂ ਮੈਂ ਹੋਰ ਗੱਲ ਦੱਸਦਾ, ਬੜੀ ਹਾਸ ਹੋਈ ਨਹੀਂ ਹੈ ਜੀ। ਜਿਹੜਾ ਮੇਰਾ ਘਰ ਆ ਜੀ ਬਰੈਂਪਟਨ ਦੇ ਵਿੱਚ, ਐਵਰੇਜ ਘਰ ਲੈਣ ਦੇ ਲਈ ਮੈਂ ਕੁਆਲੀਫਾਈ ਹੀ ਨਹੀਂ ਕਰਦਾ। ਜਿਹੜੀ ਮੇਰੀ ਮੌਰਟਗੇਜ ਆ, ਜਿਹੜੇ ਅੱਜ ਦੇ ਹਾਲਾਤ ਨੇ ਜੀ, ਉਹ ਬਰੈਂਪਟਨ ਦੇ ਵਿੱਚ ਮੇਰੇ ਖਿਆਲ 'ਚ ਪਤਾ ਨਹੀਂ ਕੌਣ ਕੁਆਲੀਫਾਈ ਕਰਦਾ ਹੋਊ ਜੀ। ਜੇ ਤੁਸੀਂ ਸਸਤੇ ਤੋਂ ਸਸਤੀ ਮੌਰਟਗੇਜ ਲੈ ਕੇ ਵੀ ਸਪੋਜ਼ ਕਰੋ 1 ਮਿਲੀਅਨ ਦੀ ਤੁਸੀਂ ਮੌਰਟਗੇਜ ਲਈ ਆ, ਤਾਂ ਉਹਨੂੰ ਕੈਰੀ ਕਰਨ ਦੀ ਜਿਹੜੀ ਕੋਸਟ ਆ, ਜਿਹੜੀ ਇਨਕਮ ਆ, ਉਹ ਇੱਕ ਆਪਣੇ ਉਹਦਾ ਜਿਹੜਾ ਹੈਗਾ $2,10,000 ਤੁਹਾਡੀ ਇਨਕਮ ਚਾਹੀਦੀ ਹੈ ਜੀ। ਜੇ ਬਰੈਂਪਟਨ 'ਚ ਤੁਸੀਂ ਐਵਰੇਜ ਘਰ ਸਸਤਾ ਜਿਹੜਾ ਲੈ ਲਿਆ, ਥੱਲੇ ਵਾਲਾ ਐਵਰੇਜ ਤੋਂ ਵੀ ਥੱਲੇ ਲੈ ਗਏ ਤੁਸੀਂ, ਫਿਰ ਵੀ ਜੇ ਤੁਸੀਂ 20-25-30% ਡਾਊਨ ਦਿੱਤਾ ਤਾਂ ਵੀ ਤੁਹਾਡੀ 2 ਲੱਖ ਦੀ ਇਨਕਮ ਚਾਹੀਦੀ ਹੈ ਜੀ। ਹੁਣ ਉਹ ਰੱਬ ਜਾਣਦਾ ਜੀ ਵੀ ਜੇ ਅਸੀਂ ਕੈਨੇਡੀਅਨ ਦੀ ਓਵਰਆਲ ਲਾਈਏ, 11% ਕੈਨੇਡੀਅਨ ਨੇ ਜੀ ਜਿਨ੍ਹਾਂ ਦੀ 1 ਲੱਖ ਤੋਂ ਉੱਤੇ ਤਨਖਾਹ ਹੈਗੀ। ਟੋਟਲ ਕੈਨੇਡਾ ਦੀ ਪਾਪੂਲੇਸ਼ਨ 'ਚ ਸਿਰਫ 11% ਉਹ ਨੇ ਜੀ ਜਿਨ੍ਹਾਂ ਦੀ ਸਾਲ ਦੀ ਇਨਕਮ 1 ਲੱਖ ਤੋਂ ਉੱਤੇ ਆ। ਜੀ ਬਿਲਕੁਲ। ਅਤੇ ਤੁਸੀਂ ਬਰੈਂਪਟਨ 'ਚ ਚਲੋ ਲਾ ਲਓ 15% ਹੋਣਗੇ, 20% ਹੋਣਗੇ ਜੀ ਜਿਨ੍ਹਾਂ ਦੀ ਇਨਕਮ 1 ਲੱਖ ਤੋਂ ਉੱਤੇ ਹੋਏਗੀ, ਅਤੇ ਉਹ ਵੀ ਨਹੀਂ ਕੁਆਲੀਫਾਈ ਕਰਦੇ ਜੀ। ਅਤੇ ਉਹ ਤਾਂ ਕੋਂਡੋ ਲਈ ਵੀ ਮੁਸ਼ਕਿਲ ਨਾਲ ਕੁਆਲੀਫਾਈ ਕਰਦੇ ਨੇ। ਬਿਲਕੁਲ ਜੀ। ਅਤੇ ਬਰੈਂਪਟਨ ਦੇ ਵਿੱਚ ਇਹ ਵੀ ਇੱਕ ਬੜਾ ਵੱਡਾ ਫੈਕਟਰ ਆ ਜੀ, ਜਿਹੜਾ ਅਸੀਂ ਚਲੋ ਹੁਣ ਔਨ ਏਅਰ ਤੁਹਾਨੂੰ ਕਹਿਣਾ ਨਹੀਂ ਚਾਹੀਦੇ ਸੀ, ਜਿਹੜੇ ਡਾਕੂਮੈਂਟਾਂ ਦੀ ਅਸੀਂ ਤੋੜ ਮਰੋੜ ਕਰਕੇ ਜਿਹੜੀਆਂ ਮੌਰਟਗੇਜਾਂ ਅਪਰੂਵ ਹੋ ਰਹੀਆਂ ਨੇ। ਰਿਐਲਿਟੀ ਹੈ ਜੀ, ਇਹਦੇ ਝੂਠ ਕੀ ਆ? ਮੈਂ ਤਾਂ ਅਸੀਂ ਤਾਂ ਕਹਿੰਦੇ ਗਵਰਨਮੈਂਟ ਇਨਵੈਸਟੀਗੇਸ਼ਨ ਕਰਾ ਲੇ। ਮੈਂ ਇੱਕ ਮੇਰੇ ਸੱਜਣ ਨੇ ਜੀ ਰੀਅਲ ਸਟੇਟ, ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ 70-80% ਡਾਕੂਮੈਂਟ ਨੇ, ਮੈਨੂੰ ਲੱਗਦਾ ਵੀ ਇਹ ਗਲਤ ਬਣ ਰਹੇ ਨੇ। ਉਹ ਕਹਿੰਦਾ ਜੀ 99% ਹੀ ਗਲਤ ਬਣਦੇ ਨੇ, 1-ਅੱਧਾ% ਕੋਈ ਆ ਜਾਂਦਾ ਗਲਤੀ ਨਾਲ, ਉਹ ਸਹੀ ਹੁੰਦਾ। ਅੱਛਾ, ਜੇ ਇਹ ਨਾ ਬਣਦੇ ਹੁੰਦੇ ਗਲਤ ਤੇ ਕਹਾਣੀ ਇੰਨੀ ਨਾ ਖਰਾਬ ਹੁੰਦੀ। ਬਿਲਕੁਲ ਜੀ। ਅਸੀਂ ਫਿਰ ਰਸਤੇ ਹੀ ਨਹੀਂ ਸੀ, ਇਹ ਲੋਕਾਂ ਨੇ ਯੂਜ਼ ਨਹੀਂ ਸੀ ਕਰਨਾ ਤੇ ਕੀਮਤਾਂ ਉੱਤੇ ਨਹੀਂ ਸੀ ਜਾਣੀਆਂ। ਬਿਲਕੁਲ ਜੀ। ਤੁਸੀਂ ਜਿਹੜੀ ਮੇਰੀ ਇਨਕਮ ਹੈਗੀ ਜੀ, ਮੈਂ ਹੁਣ 7-8 ਲੱਖ ਤੋਂ ਵੱਧ ਘਰ ਲੈਣ ਦੇ ਲਈ ਕੁਆਲੀਫਾਈ ਨਹੀਂ ਕਰਦਾ ਹੈਗਾ। ਜੇ ਮੈਂ ਰੀਅਲ ਪੇਪਰ ਮੇਰੇ ਲੱਗੇ ਨੇ ਅਤੇ ਤਾਂ ਹੀ ਮੈਂ ਲਿਆ ਨਹੀਂ ਜੀ ਘਰ, ਮੈਂ ਉਸੇ 'ਚ ਬੈਠਾ ਜੀ, ਨਾ ਮੈਨੂੰ ਲੋੜ ਹੈਗੀ ਹੈ ਜੀ। ਅਤੇ ਇਹ ਸੋਚਣ ਵਾਲੀਆਂ ਗੱਲਾਂ ਨੇ, ਸੀਰੀਅਸ ਮਸਲੇ ਨੇ ਇਹ ਜੀ, ਅਤੇ ਅਸੀਂ ਐਵੇਂ ਪਰਦਾ ਪਾ ਕੇ ਇਹਨਾਂ ਦੇ ਅੱਗਿਓਂ ਲੰਘੀ ਜਾਂਦੇ ਹਾਂ। ਨਹੀਂ ਜੀ, ਨਹੀਂ, ਬੈਂਕਾਂ ਨੂੰ ਵੀ ਸਭ ਕੁਝ ਪਤਾ ਹੈਗਾ ਜੀ।
ਤੇ ਹੋ ਸਕਦਾ ਸਰਕਾਰ ਨੂੰ ਵੀ ਸਾਰਾ ਕੁਝ ਪਤਾ ਹੋਵੇ, ਕੋਈ ਵੀ ਸਰਕਾਰ ਇੰਨੀ ਚਲੋ ਸੋ ਇਹ ਹੁਣ ਸਾਰਾ ਇੱਕ ਤਾਂ ਇਹ ਨਹੀਂ ਹਿਲਾਇਆ ਵੀ ਸਾਰੀ ਦੀ ਬਿਲਕੁਲ ਇਹ ਜਿਹੜਾ ਪ੍ਰਾਈਮ ਇਹ ਅਫੋਰਡੇਬਿਲਿਟੀ ਦੀ ਸਭ ਤੋਂ ਵੱਡਾ ਪਾਰਟ ਹੈ ਨਾ। ਅਸੀਂ ਤਾਂ ਸਿਰਫ ਗਰੋਸਰੀ ਪ੍ਰਾਈਸਿਸ ਦੀ ਗੱਲ ਕਰਦੇ ਰਹਿੰਦੇ ਹਾਂ। ਜੀ ਸਾਰੀ ਤੇ ਕਹਾਣੀ ਇੱਥੋਂ ਹਿੱਲੀ ਹੋਈ ਆ। ਨਹੀਂ, ਜਿਹੜਾ ਸਾਡੀ ਕੈਨੇਡੀਅਨ ਇਕੋਨਮੀ ਦੇ ਵਿੱਚ ਜਿਹੜਾ ਹਾਊਸਿੰਗ ਸੈਕਟਰ ਹੈਗਾ ਜੀ, ਕਾਫੀ ਵੱਡਾ ਸੈਕਟਰ ਹੈਗਾ। ਮੰਨ ਲਓ 30% ਦੇ ਨੇੜੇ ਤੇੜੇ ਅਸੀਂ ਹਾਊਸਿੰਗ GDP ਦੇ ਵਿੱਚ ਉਹਦੀ ਇਨਵੋਲਵਡ ਆ। ਜੇ ਸਾਡੀ 3 ਟ੍ਰਿਲੀਅਨ ਦੀ ਇਕੋਨਮੀ ਆ ਤੇ ਮੰਨ ਲਓ 1 ਟ੍ਰਿਲੀਅਨ ਦਾ ਅਸੀਂ ਹਾਊਸਿੰਗ ਦੇ ਆਲੇ ਦੁਆਲੇ ਹੀ ਘੁੰਮ ਰਹੇ ਆ, ਹੈ ਨਾ। ਉਹਦੇ ਵਿੱਚ ਕਰੈਕਸ਼ਨ ਹੋਣੀ ਜਾਂ ਪ੍ਰਾਈਸਾਂ ਐਡਜਸਟ ਹੋਣੀਆਂ। ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਹੈ ਜੀ ਵੀ 4 ਸਾਲ ਦੀ ਇਨਕਮ ਨਾਲ ਤੁਹਾਨੂੰ ਘਰ ਇੱਕ ਲੈਣਾ ਪੈਂਦਾ ਸੀ, ਹੁਣ 16 ਸਾਲ ਦੀ ਨਾਲ ਲੈਣਾ ਪੈ ਰਿਹਾ। ਹੁਣ ਜਾਂ ਤਾਂ ਸਾਡੀ ਇਨਕਮ 4 ਗੁਣਾ ਹੋ ਜਾਵੇ ਜੀ, ਫਿਰ ਸਾਡੀ ਘਰ ਦੇ ਨਾਲ ਅਫੋਰਡੇਬਿਲਟੀ ਉਹਨਾਂ ਦਾ ਇਕੁਇਲਿਬਰੀਅਮ ਬਣਦਾ ਜਾਂ ਉਹ ਬਰਾਬਰ ਸਮਾਨਤਾ ਆ ਜਾਂਦੀ ਹੈ ਕਿ ਅਸੀਂ ਉਹ ਘਰ ਵੀ ਚਲੋ ਉਸ ਪ੍ਰਾਈਸ ਦੇ ਉੱਤੇ ਅਫੋਰਡ ਕਰ ਸਕਦੇ। ਪਰ ਇਨਕਮ ਤਾਂ ਉੱਥੇ ਕਿੱਥੇ, ਹੁਣ ਜੇ ਤੁਸੀਂ ਮੰਨਿਆ ਤੁਹਾਡੇ ਘਰ ਨੂੰ, ਜੇ ਤੁਸੀਂ ਕਿਹੜੇ ਸਾਲ ਚ ਲਿਆ ਸੀ? 97 ਚ। 97 ਨਾਲ ਜੇ ਤੁਸੀਂ ਕੰਪੇਅਰ ਕਰੋ, ਤੁਹਾਡੀ ਇਨਕਮ ਕਿੰਨੀ ਵਧੀਆ ਤੇ ਘਰ ਦੀ ਕੀਮਤ ਕਿੰਨੀ ਵਧੀਆ? ਬਿਲਕੁਲ ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਰਿਲੇਟਿਵ ਰੇਸ਼ੋ ਹੈਗੀ ਇਨਕਮ, ਉਹ ਤੁਹਾਡੀ ਉਸ ਪੈਰਲਲ ਵੱਧ ਨਹੀਂ ਰਹੀ। ਇਨਕਮ ਦੀ ਜਿਹੜੀ ਗਰੋਥ ਹੈਗੀ ਜਾਂ ਜਿਹੜੀ ਤੁਹਾਡੀ ਪੇ ਰੇਜ ਆ, ਉਹ ਬਿਲਕੁਲ ਹੀ ਉਸ ਉਹਦੇ ਨਾਲ ਨੇੜੇ ਤੇੜੇ ਵੀ ਹੈ ਨਹੀਂ ਜੀ। ਉਹਦੇ ਜਿਹੜੀ ਜੇ ਅਸੀਂ ਲਾਈਏ ਘਰਾਂ ਦੀਆਂ ਪ੍ਰਾਈਸਾਂ ਪਿਛਲੇ 15-20 ਸਾਲਾਂ 4 ਗੁਣਾ ਹੋ ਗਈਆਂ ਜਾਂ 5 ਗੁਣਾ ਹੋ ਗਈਆਂ, 6 ਗੁਣਾ ਹੋ ਗਈਆਂ। ਇਨਕਮ ਤਾਂ ਡਬਲ ਵੀ ਨਹੀਂ ਜੀ ਹੋਈ ਹੈ ਜੀ। ਬਿਲਕੁਲ ਉਹ ਤਾਂ ਤੁਹਾਡੀ ਘਰ ਦਾ ਡਬਲ ਦੀ ਪ੍ਰਾਈਸ ਨਹੀਂ ਸੀ ਅਫੋਰਡ ਕਰ ਸਕਦੇ ਤੁਸੀਂ। ਤੇ ਉਸ ਤੋਂ ਬਾਅਦ ਫਿਰ ਜਿਹੜਾ ਦੂਸਰਾ GTA 'ਚ ਔਰ GTA ਦੇ ਕੁਛ ਖਾਸ ਹਿੱਸਿਆਂ 'ਚ ਬਹੁਤ ਵੱਡੀ ਪ੍ਰੋਬਲਮ ਹੈ, ਉਹ ਹੈਗੀ ਇੰਸ਼ੋਰੈਂਸ। ਚਾਹੇ ਉਹ ਆਟੋ ਇੰਸ਼ੋਰੈਂਸ ਹੈ, ਚਾਹੇ ਹੋਮ ਇੰਸ਼ੋਰੈਂਸ ਹੈ। ਬਿਲਕੁਲ। ਤੇ ਰਾਜ ਜੀ, ਵੈਸੇ ਜਿਸ ਤਰ੍ਹਾਂ ਆਟੋ ਇੰਸ਼ੋਰੈਂਸ ਦੇ ਜਿਹੜੇ ਰੇਟ ਨੇ ਜੀ, ਸਾਨੂੰ ਤੇ ਆਦਤ ਪੈ ਗਈ ਇੱਥੇ ਰਹਿੰਦਿਆਂ ਨੂੰ। ਪਰ ਜੇ ਬੰਦਾ ਕੋਈ ਦੂਸਰੇ ਮੁਲਕ 'ਚੋਂ ਆਏ, ਉਹ ਤੇ ਮਤਲਬ ਉਹਦਾ ਮੂੰਹ ਨਹੀਂ ਮਤਲਬ ਖੁੱਲ੍ਹਾ ਰਹਿ ਜਾਂਦਾ ਕਿ ਵੀ ਤੁਸੀਂ ਇੰਨੀ ਆਟੋ ਇੰਸ਼ੋਰੈਂਸ ਪੇ ਕਰਦੇ ਹੋ। ਬਿਲਕੁਲ ਜੀ। ਇਹਦਾ ਜਿਵੇਂ ਅਫੋਰਡੇਬਿਲਟੀ ਦੇ ਵਿੱਚ ਅਸੀਂ ਜਿਹੜੇ ਡਿਫਰੈਂਟ ਕੰਪੋਨੈਂਟ ਨੇ, ਮੈਂ ਤੁਹਾਨੂੰ ਆਟੋ ਦੀ ਪਹਿਲਾਂ ਹੀ ਗੱਲ ਕੀਤੀ ਹੈ। ਦੋ ਜਿਹੜੇ ਵੱਡੇ ਕੰਪੋਨੈਂਟ ਨੇ ਸਾਡੀ ਜਿਹੜੀ ਇਨਕਮ ਦਾ ਹਿੱਸਾ ਕੰਜ਼ਿਊਮ ਕਰ ਜਾਂਦੇ ਆ। ਆਟੋ ਇੰਸ਼ੋਰੈਂਸ ਮੈਂ ਚਲੋ ਹੋਰ ਸ਼ਹਿਰਾਂ ਦੀ ਜਾਂ ਕਿਸੇ ਹੋਰ ਇੰਡੀਵਿਜੂਅਲ ਦੀ ਗੱਲ ਤਾਂ ਨਹੀਂ ਕਰਦਾ, ਮੈਂ ਆਪਣੇ ਬੇਸ 'ਤੇ ਗੱਲ ਕਰ ਸਕਦਾ ਜੀ। ਮੇਰਾ 30 ਸਾਲ ਦਾ ਡਰਾਈਵਿੰਗ ਰੈਕਡ ਹੈਗਾ ਜੀ, ਵਿਦਆਊਟ 0 ਐਕਸੀਡੈਂਟ ਕਲੇਮ ਦੇ, ਕੋਈ ਟਿਕਟ ਨਹੀਂ ਹੈ ਜੀ। ਮੈਂ $11,000 ਸਿਰਫ ਪੂਰੇ ਪਰਿਵਾਰ ਦੀ ਆਟੋ ਤੇ ਹਾਊਸ ਇੰਸ਼ੋਰੈਂਸ ਪੇ ਕਰਦਾ ਜੀ। ਮੇਰੀ ਜਿਹੜੀ ਘਰ ਦੀ ਇੰਸ਼ੋਰੈਂਸ ਹੈ $463 ਤੋਂ ਚੱਲ ਕੇ ਜੀ $2,300 ਤੇ ਪਹੁੰਚ ਚੁੱਕੀ ਹੈ। ਪਿਛਲੇ ਤੁਸੀਂ ਲਾ ਲਓ 97 ਤੋਂ ਸ਼ੁਰੂ ਕਰਕੇ 30 ਸਾਲ। ਅਸਲ ਤਾਂ ਹੁਣ ਕਿਤੇ ਜ਼ਿਆਦਾ ਹੈ ਬਹੁਤੇ ਲੋਕਾਂ ਦੀ ਇਸ ਤੋਂ ਘੱਟ ਵਾਲਿਆਂ। ਮੇਰੇ ਕੋਲ ਤਾਂ ਜਿਹਨੂੰ ਕਹਿੰਦੇ ਵੀ ਹਜੇ ਵੀ ਵਧੀਆ ਰੇਟ ਕਹਿ ਸਕਦਾ ਜੀ ਮੈਂ, ਹੈ ਨਾ। ਤੇ ਉਹ ਬੜੀ ਹੁਣ ਮੰਨ ਲਓ ਇੱਕ ਨਵੇਂ ਬੰਦੇ ਨੇ ਜੀ, ਇਹ ਹੁਣ ਇੱਕ ਆਪਾਂ ਪਹਿਲਾਂ ਗੱਲ ਕੀਤੀ ਜਿਹੜੇ ਟਿਪੀਕਲ ਸਾਡੇ ਹਾਊਸ ਨੇ ਜੀ। ਚਲੋ ਅਸੀਂ ਤਾਂ ਘਰ ਦੀ ਜਿਹੜੀ ਅਫੋਰਡੇਬਿਲਟੀ ਆ, ਅਸੀਂ ਜੁਆਇੰਟ ਫੈਮਿਲੀ ਕਰਕੇ ਜਾਂ ਬੇਸਮੈਂਟ ਰੈਂਟ ਕਰਕੇ ਜਾਂ ਕਈ ਸਾਡੇ ਲਈ ਇਹ ਕੋਈ ਔਖਾ ਤਾਂ ਹੈ, ਪਰ ਅਸੀਂ ਉਹਨੂੰ ਮੈਨੇਜ ਕਰ ਰਹੇ ਹਾਂ ਜਾਂ ਉਹਦੇ ਨੇੜੇ ਤੇੜੇ ਆ ਰਹੇ ਹਾਂ ਜਾਂ ਉਹ ਸਾਡੇ ਕੋਲ ਪਹਿਲਾਂ ਇੱਕ ਤਰੀਕਾ ਹੈ। ਪਰੰਤੂ ਜਿਹੜਾ ਕੋਈ ਟਿਪੀਕਲ ਕੈਨੇਡੀਅਨ ਫੈਮਿਲੀ ਹੈਗੀ, ਖਾਸ ਕਰਕੇ ਜਿਹੜੇ ਨਵੇਂ ਆਏ ਨੇ, ਉਹ ਬਿਲਕੁਲ ਜੀ, ਜੇ ਤੁਸੀਂ ਬਾਹਰਲੇ ਕਿਸੇ ਵੀ ਕੰਟਰੀ 'ਚੋਂ ਇਮੀਗ੍ਰੈਂਟ ਹੋ ਜਾਂ ਇੱਕ ਇੱਥੇ ਦਾ ਬੱਚਾ ਪੜ੍ਹ ਲਿਖ ਕੇ ਆਪਣਾ ਘਰ ਲੈਣ ਬਾਰੇ ਸੋਚ ਰਿਹਾ ਜੀ, ਆਪਣੀ ਯੂਨੀਵਰਸਿਟੀ ਤੋਂ ਬਾਅਦ ਆਪਣੀ ਲਾਈਫ ਸ਼ੁਰੂ ਕਰਨ ਬਾਰੇ ਸੋਚ ਰਿਹਾ। ਸਪੋਜ਼ ਕਰੋ ਉਹਨਾਂ ਦਾ ਵਿਆਹ ਹੋ ਗਿਆ ਜੀ, ਮੀਆਂ ਬੀਬੀ ਰਲ ਕੇ ਜੋਬ ਵੀ ਅੱਜ ਕੱਲ੍ਹ ਤੁਸੀਂ ਲਾ ਲਓ 1,00,000-1.25 ਲੱਖ ਦੇ ਵਿੱਚ ਉਹ ਦੋਨੇ ਕਮਾ ਰਹੇ ਨੇ। ਤੋ ਫਿਰ ਉੱਥੇ ਗੱਲ ਆ ਗਈ 1.25 ਲੱਖ ਦੇ ਵਿੱਚ ਉਹ ਕਿਹੜਾ ਕਰ ਲੈਣਗੇ। ਜੇ ਉਹ ਰੈਂਟ 'ਤੇ ਜਾਂਦੇ ਆ ਤਾਂ ਕਿਸ ਤਰ੍ਹਾਂ ਰੈਂਟ ਅਫੋਰਡ ਕਰਨਗੇ। ਆਟੋ ਇੰਸ਼ੋਰੈਂਸ ਲਾ ਲਓ। ਉਸ ਤੋਂ ਬਾਅਦ ਜਿਹੜੇ ਹੋਰ ਹਾਊਸ ਹੋਲਡ ਐਕਸਪੈਂਸਿਸ ਨੇ, ਉਹ ਵੀ ਦਿਨੋਂ ਦਿਨ ਇਨਫਲੇਸ਼ਨ ਦੇ ਵਿੱਚ ਅਸੀਂ ਤਾਂ ਪੜ੍ਹ ਰਹੇ ਹਾਂ 5-6%। ਉਹਦੇ ਵਿੱਚ ਜਿਹੜੇ ਖਾਸ ਕੰਪੋਨੈਂਟ ਨੇ ਜਿਹੜਾ ਇਨਫਲੇਸ਼ਨ ਇੰਡੈਕਸ ਦੀ ਤੋਂ ਕੱਢਿਆ ਜਾਂਦਾ ਉਹ ਨੇ। ਪਰੰਤੂ ਜੇ ਅਸੀਂ ਕਈ ਆਈਟਮਾਂ ਦੇਖੀਏ ਗਰੋਸਰੀ ਦੀਆਂ ਜਿਨ੍ਹਾਂ ਦੀਆਂ ਪ੍ਰਾਈਸਾਂ 40% ਅਤੇ 50% ਵੀ ਵੱਧ ਚੁੱਕੀਆਂ ਨੇ, ਉਹ ਵੀ ਬੜਾ ਵੱਡਾ ਇੱਕ ਡੈਂਟ ਹੈਗਾ। ਔਰ ਜਿਹੜਾ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਸਾਰੇ ਦਾ ਸਾਰਾ ਸਿਸਟਮ ਚੱਲ ਰਿਹਾ ਜੀ ਡੈਟ ਦੇ ਉੱਤੇ, ਕਿਉਂਕਿ ਖਰਚੀਲੇ ਅਸੀਂ ਇੰਨੇ ਹੋ ਗਏ ਹਾਂ। ਚਾਦਰ ਵਾਲੀ ਗੱਲ ਆਟੋ ਇੰਸ਼ੋਰੈਂਸ ਹੈ, ਇਹ ਤੇ ਬੜਾ ਕਈ ਵਾਰ ਨਾ ਮਤਲਬ ਇਉਂ ਲੱਗਦਾ ਵੀ ਜੀ ਸਰਕਾਰਾਂ ਨੇ ਮਤਲਬ ਫੇਲ ਤੇ ਹੋ ਹੀ ਗਏ ਨੇ। ਉਹ ਇਹਦੇ 'ਚ ਟੋਟਲ ਫੇਲ ਨੇ, ਪਰ ਉਹਨੂੰ ਆਪਣੇ ਫੇਲ ਹੋਣ ਦੀ ਸ਼ਰਮ ਵੀ ਹੈ ਨਹੀਂ। ਇਹ ਜਿਹੜੀ ਆਟੋ ਇੰਸ਼ੋਰੈਂਸ ਆ ਜੀ, ਮੈਂ ਤਾਂ ਇਹਨੂੰ ਸੁਣਦੇ ਨੂੰ ਪਿਛਲੇ 93-94 ਤੋਂ ਸੁਣ ਰਿਹਾ ਜੀ ਵੀ ਸਰਕਾਰ ਇਹਨੂੰ ਪਬਲਿਕ ਤੌਰ 'ਤੇ ਕੰਟਰੋਲ ਕਰੇਗੀ ਜਾਂ ਪਬਲਿਕ ਇੰਸ਼ੋਰੈਂਸ ਹੋ ਜਾਏਗੀ। ਆਸਟ੍ਰੇਲੀਆ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਮੈਂ ਦੇਖਿਆ ਜੀ, ਉੱਥੇ ਜਿਹੜੀ ਆਟੋ ਇੰਸ਼ੋਰੈਂਸ ਆ ਥਰਡ ਪਾਰਟੀ, ਉਹ ਤੁਹਾਡੇ ਜਿਹੜਾ ਸਟਿੱਕਰ ਆ ਉਹਦੇ ਵਿੱਚ ਬਿਲਟ ਇਨ ਆ। ਉਹ ਮੇਰੇ ਖਿਆਲ 'ਚ ਕੋਈ ਜ਼ਿਆਦਾ ਨਹੀਂ ਹੈਗੀ, 800, 900, 7,000 ਤੋਂ ਥੱਲੇ ਹੈਗੀ। ਜਦੋਂ ਤੁਸੀਂ ਸਟਿੱਕਰ ਲੈਣਾ ਥਰਡ ਪਾਰਟੀ ਦੀ ਇੰਸ਼ੋਰੈਂਸ, ਤੁਹਾਨੂੰ ਉਹਦੇ ਵਿੱਚ ਹੀ ਉਹਨਾਂ ਨੇ ਕੰਬਾਈਨ ਕਰ ਦੇਣੀ ਹੈ। ਦੂਸਰੀ ਉਹਦੇ 'ਤੇ ਐਕਸਟਰਾ ਇੰਸ਼ੋਰੈਂਸ ਲੈਣੀ ਹੈ ਤੁਸੀਂ, ਉਹ ਐਕਸਟਰਾ ਲੈ ਸਕਦੇ ਹੋ।
ਉਹ ਇੱਕ ਤੁਸੀਂ ਕਹ ਲਓ ਜੀ 6000 ਤੋਂ ਤੁਸੀਂ 7000 ਤੋਂ ਇੱਕ ਬੰਦੇ ਨੂੰ 700 ਤੇ ਲਿਆਂਦਾ, ਉਹ ਇੱਕ ਚੀਜ਼ ਤਾਂ ਉਸ ਤਰ੍ਹਾਂ ਤੁਸੀਂ ਕੰਟਰੋਲ ਕਰ ਸਕਦੇ ਹੋ ਜਿਹਦੇ ਵਿੱਚ ਸਰਕਾਰ ਦਾ ਕੋਈ ਏਡਾ ਵੱਡਾ ਇਨਫਰਾਸਟਰਕਚਰ ਨਹੀਂ ਕੰਟਰੋਲ ਕਰਨਾ। ਪਰੰਤੂ ਇਹਦੇ ਵਿੱਚ ਇੱਕ ਰੇਟ ਵਧਣ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਆ ਜਿਹੜੀ ਲੋਕਾਂ ਨੂੰ ਆਮ ਪਤਾ ਨਹੀਂ ਜੀ, ਮੈਂ ਤੁਹਾਨੂੰ ਉਹ ਕਲੀਅਰ ਕਰ ਦਵਾਂ ਰੇਟ ਕਾਹਤੇ ਵੱਧ ਰਹੇ ਨੇ। ਤੁਸੀਂ ਬਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਇੱਕ ਗੱਡੀ ਘੰਟੇ ਬਾਅਦ ਚੋਰੀ ਹੁੰਦੀ ਹੈ ਜਾਂ ਐਕਸੀਡੈਂਟ ਬਹੁਤ ਹੁੰਦੇ ਆ, ਅਤੇ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹਨਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਗਾ ਕਿ ਐਕਸੀਡੈਂਟ ਹੋ ਰਹੇ ਨੇ ਜਾਂ ਗੱਡੀਆਂ ਚੋਰੀ ਹੋ ਰਹੀਆਂ। ਜਿੰਨੀਆਂ ਵੀ ਗੱਡੀਆਂ ਵੱਧ ਚੋਰੀ ਹੋਣਗੀਆਂ ਜਾਂ ਐਕਸੀਡੈਂਟ ਵੱਧ ਹੋਣਗੇ, ਜਿੰਨੇ ਕਲੇਮ ਵੱਧ ਹੋਣਗੇ, ਉਹਨਾਂ ਦਾ ਪ੍ਰੋਫਿਟ ਮਾਰਜਨ ਉਨਾ ਹੀ ਵੱਧ ਹੋਏਗਾ, ਕਿਉਂਕਿ ਜਿਹੜਾ ਇੰਸ਼ੋਰੈਂਸ ਇੰਡਸਟਰੀ ਨੂੰ ਇੱਥੋਂ ਤੱਕ ਰੈਗੂਲੇਟਡ ਕੀਤਾ ਹੋਇਆ ਵੀ ਜਿਹੜਾ ਤੁਹਾਡਾ ਪ੍ਰੋਫਿਟ ਮਾਰਜਨ ਹੈ ਇਸ ਬੇਸਡ ਔਨ ਤੁਹਾਡੇ ਰੈਵਨਿਊ ਕਿੰਨਾ। ਜੇ ਤੁਹਾਡਾ 100 ਰੁਪਏ ਸੀ, ਤੁਹਾਡਾ 7 ਰੁਪਏ ਬਣ ਰਿਹਾ ਜਾਂ 8 ਰੁਪਏ, ਜੋ ਵੀ ਰੇਟ ਗੌਰਮੈਂਟ ਨੇ ਰੱਖਿਆ। ਉਹ ਕਹਿੰਦੇ ਵੀ ਜੇ ਕਲੇਮ ਹੋ ਕੇ ਤੁਹਾਡਾ ਰੈਵਨਿਊ 200 ਬਣ ਜਾਂਦਾ ਤਾਂ ਤੁਹਾਡਾ ਪ੍ਰੋਫਿਟ 14 ਰੁਪਏ ਹੋ ਜਾਂਦਾ। ਅਤੇ ਇੰਸ਼ੋਰੈਂਸ ਕੰਪਨੀਆਂ ਨੂੰ ਜਾਂ ਹੋਰ ਇਹਨਾਂ ਅਦਾਰਿਆਂ ਨੂੰ ਕੀ ਲੋੜ ਆ, ਤਾਂ ਉਹ ਕਹਿਣ ਜੀ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਤੁਸੀਂ ਗੱਡੀਆਂ ਚੋਰੀ ਹੋ ਰਹੀਆਂ ਤਾਂ ਬੜੀ ਅੱਛੀ ਗੱਲ ਆ, ਸਾਡੇ ਲਈ ਤਾਂ ਇਹ ਰੈਵਨਿਊ ਸੋਰਸ ਬਣ ਗਿਆ ਅਤੇ ਸਾਡੇ ਪ੍ਰੋਫਿਟ ਵੱਧ ਰਹੇ ਨੇ। ਇਹ ਵੀ ਇੱਕ ਬਹੁਤ ਵੱਡਾ ਕੰਮ ਬਣਾ, ਉਹ ਲੌਬੀ ਕਰ ਰਹੀਆਂ ਵਿੱਚੋਂ ਇਹਨੂੰ ਜਿਹੜਾ ਰੇਟ ਨੇ ਜਿੰਨੇ ਵਧਣਗੇ ਉਹਨਾਂ ਦੇ ਪ੍ਰੋਫਿਟ ਵੱਧ ਰਹੇ ਨੇ। ਇਹ ਵੀ ਇੱਕ ਬੜਾ ਦੁਖਦਾਈ ਪਹਿਲੂ ਹੈਗਾ, ਹਾਲਾਂਕਿ ਉਹ ਰੈਗੂਲੇਟਡ ਆ, ਪਰ ਰੈਗੂਲੇਟਡ ਕਰਕੇ ਉਹਨੂੰ। ਪਰ ਰਾਜ ਜੀ ਜਿਹੜੀ ਇਹ ਹੁਣ ਅਫੋਰਡੇਬਿਲਿਟੀ ਦਾ ਇਸ਼ੂ ਹੈ, ਦੇਖੋ ਇਹ ਜਿਹੜਾ ਮੁਲਕ ਹੈ ਇਹਦੀ ਅਟਰੈਕਸ਼ਨ ਕੀ ਹੁੰਦੀ ਸੀ ਜਦੋਂ ਪਹਿਲਾਂ ਲੋਕ ਆਉਂਦੇ ਸੀ 40 ਸਾਲ 50 ਸਾਲ ਪਹਿਲਾਂ, ਇੱਥੇ ਕੋਈ ਵੀ ਆਮ ਬੰਦਾ ਜੀ ਉਹ ਘਰ ਲੈ ਸਕਦਾ ਬੜੇ ਆਰਾਮ ਨਾਲ, ਜੀ ਹੈ ਨਾ। ਇੱਕ ਆਮ ਬੰਦਾ, ਸਧਾਰਨ ਬੰਦਾ ਜਿਹੜਾ ਆਪਣੇ ਜਿਹਨਾਂ ਮੁਲਕਾਂ 'ਚੋਂ ਆਇਆ ਸੀ ਉੱਥੇ ਜਿਹਦੇ ਲਈ ਗੱਡੀ ਲੈਣਾ ਬੜਾ ਵੱਡਾ ਹੁੰਦਾ ਸੀ ਵੀ ਇੱਥੇ ਕੋਈ ਅੱਛੀ ਵਧੀਆ ਗੱਡੀ ਲੈ ਸਕਦਾ। ਜੀ ਜੀ। ਬਾਕੀ ਜਿਹੜੀਆਂ ਸੁੱਖ ਸੁਵਿਧਾਵਾਂ ਨੇ ਉਹ ਤਾਂ ਹੈ ਹੀ ਨੇ, ਹੈਲਥ ਸਿਸਟਮ ਬਹੁਤ ਵਧੀਆ, ਅਤੇ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ, ਖਾਣਾ ਪੀਣਾ। ਮੈਂ ਪੁਰਾਣੇ ਬਜ਼ੁਰਗਾਂ ਨੂੰ ਸੁਣਿਆ ਗੱਲਾਂ ਕਰਦੇ ਨੂੰ, ਹੁਣ ਤਾਂ ਸ਼ਾਇਦ ਇਹ ਨਾ ਲੱਗਦਾ ਹੋਵੇ, ਪੁਰਾਣੇ ਬਜ਼ੁਰਗ ਇਹ ਗੱਲਾਂ ਕਰਦੇ ਸੀ, ਦੇਖੋ ਅਸੀਂ ਤਾਂ ਉੱਥੇ ਸਾਡੇ ਲਈ ਬਦਾਮ ਖਾਣਾ ਵੀ ਬੜੀ ਬਿਲਕੁਲ ਹੈ ਨਾ ਇੱਕ ਹੁੰਦੀ ਸੀ ਲਗਜ਼ਰੀ, ਇੱਥੇ ਅਸੀਂ ਬਦਾਮ ਖਾਂਦੇ ਹਾਂ ਰੋਜ਼, ਬੜੇ ਸਸਤੇ ਨੇ ਸਾਰਾ, ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਪੁਰਾਣੀ ਜਨਰੇਸ਼ਨ ਦੇ ਲੋਕ ਜੀ। ਅਤੇ ਹੁਣ ਮਤਲਬ ਇਹ ਹਰ ਪੱਖ ਤੋਂ ਮਹਿੰਗਾ ਹੋ ਗਿਆ, ਅਤੇ ਇਹਦੀ ਤਾਂ ਫਿਰ ਅਟਰੈਕਸ਼ਨ ਹੀ ਖਤਮ ਹੋ ਜਾਏਗੀ ਮੁਲਕ ਦੀ। ਬਿਲਕੁਲ ਜੀ, ਜਿਹੜੇ ਸਾਰੇ ਵੈਸਟਰਨ ਨੇਸ਼ਨ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਤਾਂ ਜ਼ਰੂਰ ਬਿਲਡਅਪ ਆ। ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਵੀ ਜਿਹੜੇ ਡਿਵੈਲਪਿੰਗ ਨੇਸ਼ਨ ਆ ਉਹ ਡਿਵੈਲਪ ਹੋ ਰਹੇ ਆ, ਠੀਕ ਹੈ ਵੀ ਅਸੀਂ ਜਿਹੜੇ ਮਟੀਰੀਅਲਿਸਟਿਕ ਗੇਨ ਸੀਗੇ, ਕਾਰ, ਬਟ ਸਾਡੇ ਲਈ ਤਾਂ ਕਾਰ ਪਹਿਲੀ ਗੱਲ ਤਾਂ ਵੱਡੀ ਗੱਲ, ਅਸੀਂ ਪਿੰਡਾਂ 'ਚੋਂ ਆਏ ਹਾਂ, ਸਾਨੂੰ ਕਾਰ ਵੀ ਛੋਟੇ ਹੁੰਦੇ ਅਸੀਂ ਤਾਂ ਵੇਖਣ ਜਾਂਦੇ ਹੁੰਦੇ ਕਾਰ ਜਾਂਦੀ ਸੜਕ 'ਤੇ, ਅਤੇ ਸਾਡੇ ਲਈ ਤਾਂ ਜਿਹੜੀ ਮਟੀਰੀਅਲ ਕਲੈਕਸ਼ਨ ਸੀਗੀਆਂ। ਹਾਲਾਂਕਿ ਜੇ ਅਸੀਂ ਵੇਖੀਏ ਜੀ ਹਜੇ ਸਾਡੇ ਕੋਲ ਬਹੁਤ ਕੁਛ ਆ, ਅਸੀਂ ਹੁਣ ਰੱਬ ਦੇ ਸ਼ੁਕਰਗੁਜ਼ਾਰ ਜਾਂ ਸੁਸਾਇਟੀ ਦੇ ਸ਼ੁਕਰਗੁਜ਼ਾਰ ਜਾਂ ਸਿਸਟਮ ਦੇ ਧੰਨਵਾਦ ਨਹੀਂ ਕਰਦੇ, ਜਿਹੜੀਆਂ ਸਾਡੀਆਂ ਲੋੜਾਂ ਨੇ ਰਾਜੀ ਇੱਕ ਚੀਜ਼ ਦਾ ਵੀ ਡਿਫਰੈਂਸ਼ੀਏਟ ਕਰਨ ਦੀ ਲੋੜ ਹੈ। ਮੈਂ ਦੇਖਿਆ ਜਿਹੜੇ ਪਹਿਲਾਂ ਦੇ ਆਏ ਹੋਏ ਨੇ ਨਾ ਜੀ, ਜਿਹੜੇ ਹੁਣ ਇੱਥੇ ਸੁਖਾਲੇ ਨੇ, ਘਰ ਫ੍ਰੀ ਨੇ, ਕਈ ਵਾਰ ਉਹ ਹੁਣ ਆਏ ਲੋਕਾਂ ਦੀਆਂ ਜਿਹੜੇ ਨਵੇਂ ਆਏ ਨੇ ਪਿਛਲੇ 10 ਸਾਲਾਂ 'ਚ ਨਾ, ਉਹਨਾਂ ਦੀਆਂ ਪ੍ਰੋਬਲਮਸ ਉਹ ਅੰਡਰਸਟੈਂਡ ਨਹੀਂ ਕਰਦੇ, ਉਹ ਵੀ ਐਲੀਟ ਬਣ ਚੁੱਕੇ ਆ, ਉਹ ਟੁੱਟ ਗਏ ਨੇ। ਬਿਲਕੁਲ ਜੀ, ਉਹ ਕਲਾਸ ਡਿਫਰੈਂਸ ਹੋ ਗਿਆ ਨਾ ਜੀ। ਉਹ ਹੁਣ ਉਹਨਾਂ ਦੀ ਆਪਣੀ ਦੁਨੀਆ, ਨਾ ਤਾਂ ਉਹ ਨਵੇਂ ਲੋਕਾਂ ਨਾਲ ਇੰਟਰੈਕਟ ਕਰਦੇ ਨੇ ਅਤੇ ਨਾ ਉਹਨਾਂ ਨੂੰ ਨਵੇਂ ਲੋਕਾਂ ਦੀਆਂ ਪ੍ਰੋਬਲਮਸ ਦਾ ਪਤਾ। ਬਿਲਕੁਲ, ਇੱਕ ਤਾਂ ਜਨਰੇਸ਼ਨ ਗੈਪ ਹੋ ਗਈ 30 ਸਾਲ ਤੋਂ। ਜਦੋਂ ਤੁਸੀਂ ਵੱਧ ਜਾਂਦੇ ਹੋ, ਮੰਨ ਲਓ ਹੁਣ ਜਿਹੜੀ ਆਪਾਂ ਹਾਊਸਿੰਗ ਦੀ ਪ੍ਰਾਈਸਿਸ ਦੀ ਗੱਲ ਕਰਦੇ ਹਾਂ, ਜੇ ਐਗਜੈਕਟਲੀ ਤੁਸੀਂ ਕਿਸੇ ਬੰਦੇ ਨੂੰ ਪੁੱਛੋ 88, 89, 90 ਦੇ ਵਿੱਚ ਹਾਊਸਿੰਗ 'ਚ ਕੀ ਹੋਇਆ ਸੀ, ਜਿਹੜੇ ਹੁਣ ਮਿਲੇਨੀਅਲ ਨੇ, ਜਿਹੜੇ ਹੁਣ ਨਵੇਂ ਯੂਥ ਜਿਹਨੂੰ ਅਸੀਂ 40 ਸਾਲ ਦੀ ਏਜ ਵਾਲੇ ਕਹਿ ਰਹੇ, ਜਿਹੜੇ ਹੁਣ ਘਰ ਲੈ ਰਹੇ ਨੇ ਜੀ, ਉਹਨਾਂ ਨੂੰ ਅੱਜ ਤੋਂ 30 ਸਾਲ ਪਹਿਲਾਂ ਕੀ ਹੋਇਆ ਸੀ ਉਹ ਹਿਸਟਰੀ ਬਾਰੇ, ਜਾਂ ਘਰਾਂ ਦੇ ਪ੍ਰਾਈਸਾਂ ਦੇ ਵਿੱਚ ਕਿੱਦਾਂ ਉਥਲ ਪੁਥਲ ਵੀ ਹੋ ਜਾਂਦੀ ਆ, ਘਰਾਂ ਦੀਆਂ ਪ੍ਰਾਈਸਾਂ ਕ੍ਰੈਸ਼ ਵੀ ਹੋ ਜਾਂਦੀਆਂ ਨੇ, ਇੰਟਰਸਟ ਰੇਟ ਵੱਧ ਵੀ ਜਾਂਦੇ ਆ, ਅਫੋਰਡੇਬਿਲਟੀ ਉਦੋਂ ਵੀ ਬਹੁਤ ਵੱਡਾ ਇੱਕ ਇਸ਼ੂ ਬਣਿਆ ਸੀ। ਉਹਨਾਂ ਨੂੰ ਉਹ ਫਰੈਸ਼ ਮੈਮਰੀ ਉਹਦੇ ਵਿੱਚ ਕੋਈ ਯਾਦ ਨਹੀਂ ਹੈਗਾ, ਨਾ ਕੋਈ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ। ਤੁਸੀਂ ਜਿਹੜੇ ਬੰਦੇ ਉਹ ਦੌਰ 'ਚੋਂ ਨਿਕਲੇ ਨੇ, ਉਦੋਂ ਮੈਂ ਨਵਾਂ ਇੱਥੇ 91 'ਚ ਆਇਆ ਸੀਗਾ ਜੀ, ਮੈਂ ਉਹ ਹਾਲਾਤ ਬੜੇ ਦੇਖੇ ਜੀ, ਜਿਹਨੂੰ ਕਹਿੰਦੇ 10% ਤੋਂ ਉੱਪਰ ਅਨਪਲਾਈਮੈਂਟ, ਅਤੇ ਘਰਾਂ ਦੀਆਂ ਪ੍ਰਾਈਸਾਂ ਕ੍ਰੈਸ਼ ਹੋ ਗਈਆਂ ਸੀਗੀ। ਉਹਨੂੰ ਸਟੇਬਲਾਈਜ਼ ਹੋਣ ਲਈ 8-10 ਸਾਲ ਲੱਗ ਗਏ ਸੀਗੇ ਜੀ, ਮੁੜ ਕੇ ਉਹ ਪ੍ਰਾਈਸਾਂ ਨੂੰ ਬਾਅਦ 'ਚ ਸਟੇਬਲ ਹੋਣ ਲਈ। ਹੁਣ ਉਦੋਂ ਘਰ ਵੈਸੇ ਇੰਨੇ ਮਹਿੰਗੇ ਨਹੀਂ ਸੀਗੇ, ਉਹ ਗੱਲ ਸੈਪਰੇਟ ਹੈਗੀ, ਚਲੋ ਉਦੋਂ 1 ਲੱਖ 1.5 ਲੱਖ 2 ਲੱਖ ਤੱਕ ਘਰ ਆਉਂਦੇ ਸੀ, ਉਦੋਂ ਵੀ ਥੱਲੇ ਆ ਜਾਂਦੇ ਸੀ। ਪਰੰਤੂ ਹੁਣ ਜਿਹੜੇ ਲੈਵਲ 'ਤੇ ਘਰਾਂ ਦੀਆਂ ਪ੍ਰਾਈਸਾਂ ਨੇ, ਅੱਛਾ ਜੇ ਇਹਨਾਂ ਦੇ ਵਿੱਚ ਸ਼ੌਕ ਆਉਂਦਾ ਜਾਂ ਜਿਹੜਾ ਪਿਛਲੇ ਸਾਲ ਆਇਆ ਵੀ ਸੀ, ਉਹ ਜਿਹੜੇ ਤਾਂ ਸਪੈਕੂਲੇਟਰ ਨੇ, ਜਿਹੜੇ ਤਾਂ ਪਹਿਲਾਂ ਪੈਸੇ ਬਣਾ ਕੇ ਨਿਕਲ ਗਏ, ਉਹ ਠੀਕ ਹੈ। ਕਈ ਬੰਦੇ ਨੂੰ ਜਿਹੜੇ ਲੋੜਵੰਦ ਨੇ, ਘਰ ਕਿਸੇ ਉਸ ਪ੍ਰਾਈਸ 'ਤੇ ਲੈ ਲਿਆ ਅੱਜ ਤੋਂ ਸਾਲ ਪਹਿਲਾਂ, ਸਵਾ ਸਾਲ ਪਹਿਲਾਂ, ਜਦੋਂ ਉਹਦੀ ਪ੍ਰਾਈਸ 3-4 ਲੱਖ ਜੇ ਉੜ ਜਾਂਦੀ ਆ ਤਾਂ ਉਸ ਦੇ ਲਈ ਬੜਾ ਇਹ ਕ੍ਰਾਈਸਿਸ ਹੈ ਜੀ। ਅਫੋਰਡੇਬਿਲਟੀ ਵੀ ਉਹ ਬੰਦੇ ਨੂੰ ਜਿਹਦੇ 4 ਲੱਖ ਜਾਂ 5 ਲੱਖ ਡਾਲਰ ਇੱਕ, ਦੇਖੋ ਜੀ ਰਾਜ ਜੀ, ਜੇ ਕਿਸੇ ਸਮਾਜ ਦੇ 'ਚ ਜੇ ਭਾਵੇਂ ਇਹਨੂੰ ਇਕਨੋਮਿਕ ਪੁਆਇੰਟ ਆਫ ਵਿਊ ਨਾਲ ਦੇਖ ਲਓ, ਭਾਵੇਂ ਸੋਸ਼ਲ ਜਸਟਿਸ ਦੇ ਪੁਆਇੰਟ ਆਫ ਵਿਊ ਪੁਆਇੰਟ ਨਾਲ ਦੇਖ ਲਓ, ਜੇ ਘਰਾਂ ਦੀ ਪ੍ਰਾਈਸ, ਐਵਰੇਜ ਪ੍ਰਾਈਸ ਕਿਸੇ ਮੁਲਕ 'ਚ ਰਹਿਣ ਵਾਲੇ ਲੋਕਾਂ ਦੀ ਐਵਰੇਜ ਇਨਕਮ ਨਾਲੋਂ ਇੰਨੀ ਜ਼ਿਆਦਾ ਗੈਪ ਹੋਏਗਾ ਤਾਂ ਇਹਦਾ ਮਤਲਬ ਜਾਂ ਤਾਂ ਇਹ ਸਰਕਾਰ ਦਾ ਫੇਲੀਅਰ ਹੈ
ਤੇ ਜਾਂ ਇਹ ਮਤਲਬ ਟੋਟਲ ਜਿਹੜੀ ਇਕਨੋਮੀ ਹੈ, ਜਿਹੜੀ ਇਹਦੀ ਇਕਨੋਮਿਕਸ ਇਸ ਸੈਕਟਰ ਦੀ, ਉਹ ਤੇ ਟੋਟਲੀ ਉਲਟ ਪੁਲਟ ਕਹਾਣੀ ਹੋਈ? ਇਹ ਬਿਲਕੁਲ ਜੀ, ਜਾਂ ਤਾਂ ਹੁਣ ਇਨਕਮ ਵਧਣੀ ਹੈ ਜਾਂ ਘਰਾਂ ਦੀਆਂ ਪ੍ਰਾਈਸਾਂ ਘਟਣੀਆਂ, ਇੱਕ ਇਹਨੂੰ ਇਕੁਇਲਿਬਰੀਅਮ ਜਾਂ ਜਿਹੜੇ ਬੈਲੈਂਸ ਆ ਉਹਨੂੰ ਕ੍ਰੀਏਟ ਕਰਨਾ ਪੈਣਾ। ਇੱਕ ਤੁਸੀਂ ਸ਼ਾਇਦ ਸੁਣਿਆ ਹੋਣਾ, ਮੈਂ ਚਲੋ ਹੁਣ ਥੋੜ੍ਹਾ ਜਿਹਾ ਹੋਰ ਟੌਪਿਕ ਹੈ ਜੀ, ਵੈਲਥ ਆਫ ਨੇਸ਼ਨਜ਼, ਇੱਕ ਬੁੱਕ ਆਈ ਸੀ 1776 ਦੇ ਵਿੱਚ, ਐਡਮ ਸਮਿਥ ਨੇ ਲਿਖੀ ਸੀ, ਜਿਹਨੂੰ ਮਾਡਰਨ ਇਕਨੋਮਿਕ ਸਿਸਟਮ ਦਾ ਬੇਸ ਕਹਿੰਦੇ ਆ, ਜਾਂ ਜਿਹੜਾ ਫਰੀ ਮਾਰਕੀਟ ਇਕੋਨਮੀ ਆ ਉਹਦਾ ਬੇਸ ਕਹਿੰਦੇ ਜੀ। ਉਹਨੇ ਇੱਕ ਟਰਮ ਯੂਜ਼ ਕੀਤੀ ਸੀ, ਇਨਵਿਜ਼ੀਬਲ ਹੈਂਡ। ਉਹ ਕਹਿੰਦਾ ਸੀ ਵੀ ਗੌਰਮੈਂਟ ਨੂੰ ਇੰਟਰਵੈਂਸ਼ਨਾਂ ਨਹੀਂ ਕਰਨੀਆਂ ਪੈਣੀਆਂ, ਜਿਹੜੀ ਮਾਰਕੀਟ ਆ ਇਹ ਆਪਣੇ ਆਪ ਹੀ ਸੈਲਫ ਰੈਗੂਲੇਟ ਕਰੂਗੀ ਤੇ ਪ੍ਰਾਈਸਾਂ ਨੂੰ ਕਰੈਕਟ ਕਰੂਗੀ। ਪਰ ਉਹਦੇ ਨਾਲ ਉਹਦੇ ਬੁੱਕ ਸੀਗੀ ਪੂਰੀ, ਉਹਦੀਆਂ ਕੁਛ ਗੱਲਾਂ ਜਿਹੜੇ ਮਾਡਰਨ, ਉਹ ਫਿਰ ਇਨਵਿਜ਼ੀਬਲ ਹੈਂਡ ਨਾਲ ਥੋੜੀ ਪੇਨਫੁਲ ਵੀ ਹੁੰਦੀ ਹੈ, ਪੇਨਫੁਲ ਵੀ ਹੁੰਦੀ ਹੈ। ਕ੍ਰੈਸ਼ ਮਤਲਬ ਜਦੋਂ ਕਰੇਗੀ ਇਕਨੋਮੀ, ਜ਼ਿਆਦਾ ਲੋਕ ਸਫਰ ਕਰਨਗੇ। ਪਰ ਉਹਨੇ ਬੜਾ ਉਦੋਂ ਦਾ ਉਹਦਾ ਆਈਡੀਆ ਹਜੇ ਤੱਕ ਉਹ ਚੱਲ ਰਹੇ ਨੇ, ਪਰ ਉਹਨੂੰ ਜਿਹੜੇ ਰਾਈਟ ਵਿੰਗ ਨੇ ਜਾਂ ਜਿਹੜੇ ਟੋਟਲੀ ਸਰਕਾਰਾਂ ਨੇ ਉਹਦੇ ਕੁਛ ਪੁਆਇੰਟਸ ਪਿਕ ਕਰ ਲੈਂਦੇ। ਉਹਨੇ ਹੋਰ ਵੀ ਬੜੀਆਂ ਚੀਜ਼ਾਂ ਨਾਲ ਦੱਸੀਆਂ ਸੀਗੀਆਂ ਵੀ ਗੌਰਮੈਂਟ ਨੂੰ ਇੰਟਰਵੈਂਸ਼ਨ ਨਹੀਂ ਚਾਹੀਦੀ, ਮੋਨੋਪੋਲੀਆਂ ਨਹੀਂ ਚਾਹੀਦੀਆਂ, ਜਿਵੇਂ ਸਰਟਨ ਉਹ ਕਹਿੰਦਾ ਕੋਈ ਮਤਲਬ ਹੁਣ ਟੈਲੀਫੋਨ ਕੰਪਨੀਆਂ ਨੇ 5-6 ਨੇ, ਰੈਗੂਲੇਟਡ ਨੇ, ਮੋਨੋਪੋਲਾਈਜ਼ ਨੇ, ਫਿਰ ਉਹ ਰੇਟ ਸੈੱਟ ਕਰਨਗੇ। ਉਹਦੀ ਕਈ ਸੀਗੇ, ਉਹਦੇ ਜਿਹੜਾ ਇਨਵਿਜੂਅਲ ਹੈਂਡ ਦਾ ਉਹਦਾ ਪਰਟੀਕੂਲਰ ਇਹ ਸੀਗਾ ਜੀ। ਉਹ ਕਹਿੰਦਾ ਇੱਕ ਇਨਵਿਜੂਅਲ ਹੈਂਡ ਮਾਰਕੀਟ 'ਚ ਜਾਂ ਕੋਈ ਹੋਰ ਦੇਵੀ ਸ਼ਕਤੀ ਬੈਠੀ ਹੈ ਜਿਹੜੀ ਮਾਰਕੀਟ ਨੂੰ ਆਪਣੇ ਆਪ ਹੀ ਕਰੈਕਟ ਕਰ ਲਏਗੀ, ਤੁਹਾਨੂੰ ਇਹਦੇ ਵਿੱਚ ਕੁਛ ਕਰਨ ਦੀ ਲੋੜ ਨਹੀਂ। ਜਿਹੜੀ ਸਪਲਾਈ ਐਂਡ ਡਿਮਾਂਡ ਆ, ਇਹ ਜਦੋਂ ਪ੍ਰਾਈਸ ਵੱਧ ਗਈ ਤਾਂ ਉਹਦੀ ਡਿਮਾਂਡ ਘੱਟ ਜਾਣੀ ਆ, ਅਤੇ ਡਿਮਾਂਡ ਘਟਣ ਨਾਲ ਉਹ ਸਾਰਾ ਕੁਛ ਬੈਲੈਂਸ ਹੋ ਕੇ ਉਹਦੀ ਪ੍ਰਾਈਸ ਵੀ ਕੰਟਰੋਲ ਹੋ ਜਾਏਗੀ। ਉਹ ਹੁਣ ਚੀਜ਼ਾਂ ਫੁੱਲੀ, ਹੁਣ ਉਹ ਚੀਜ਼ਾਂ ਹੈ ਨਹੀਂ ਗੀਆਂ ਐਪਲੀਕੇਬਲ, ਨਾ ਹੋ ਸਕਦੀਆਂ ਨੇ। ਹੁਣ ਅਸੀਂ ਉਹ ਇੱਕ ਤਰ੍ਹਾਂ ਦਾ ਇਕਨੋਮਿਕ ਸਿਸਟਮ ਥੋੜ੍ਹਾ ਜਿਹਾ ਡਿਫਰੈਂਟ ਕੀਤਾ ਹੋਇਆ, ਜਿਹਦੇ ਵਿੱਚ ਅਸੀਂ ਇੰਟਰਵੈਂਸ਼ਨ ਵੀ ਹੈਗੀਆਂ ਨੇ ਗੌਰਮੈਂਟ ਵੱਲੋਂ ਵੀ, ਜਾਂ ਹੁਣ ਜਿਹੜੀ ਗੌਰਮੈਂਟ ਵੱਲੋਂ ਸਪੈਂਡਿੰਗ ਹੋਈ ਕੋਵਿਡ ਦੇ ਵਿੱਚ ਕਾਫੀ ਹੱਦ ਤੱਕ। ਜੰਗਲ ਦਾ ਰੂਲ ਵੀ ਹੈ ਨਾ, ਜਿਹੜਾ ਡਿਮਾਂਡ ਐਂਡ ਸਪਲਾਈ ਵਾਲਾ। ਬਿਲਕੁਲ ਜੀ, ਪਾਪੂਲੇਸ਼ਨ ਹੀ ਲਾ ਲਓ ਜੀ। ਜਦੋਂ ਪਾਪੂਲੇਸ਼ਨ ਵੱਧ ਜਾਂਦੀ ਸੀ ਉਦੋਂ ਕਾਲ ਪੈ ਜਾਂਦੇ ਸੀ, ਉਹ ਨੇਚਰ ਨੇ ਉਹ ਸਿਸਟਮ 'ਚ ਪਾਇਆ ਸੀ। ਕਾਲ ਨਾਲ ਪਾਪੂਲੇਸ਼ਨ ਘੱਟ ਗਈ, ਫਿਰ ਅਨਾਜ ਵੱਧ ਗਿਆ ਜੀ, ਫਿਰ ਪਾਪੂਲੇਸ਼ਨ ਵੱਧ ਜਾਣੀ ਆ। ਉਹ ਬੜੇ ਤਾਂ ਹੋਏ ਸੀ ਸਿਸਟਮ, ਪਰ ਹੁਣ ਅਸੀਂ ਮੰਨ ਲਓ ਜਿਹੜੀ ਪਾਪੂਲੇਸ਼ਨ ਵਾਲੀ ਸਟੋਰੀ ਉਹਦੇ ਵਿੱਚ ਅਸੀਂ ਆਇਲ ਆਊਟਸਾਈਡ ਫੈਕਟਰ ਪਾ ਦਿੱਤਾ। ਇੱਥੋਂ ਸਮੇਟ ਸਕਦਾ ਤੁਹਾਡੀ ਗੱਲ ਤੋਂ ਜੀ। ਤੁਸੀਂ ਉਸ ਮਿਡਲ ਕਲਾਸ ਤੋਂ ਜਿਹਦੀ ਇਨਕਮ ਦਾ ਲੈਵਲ ਉਸ ਸੈਕਸ਼ਨ 'ਚ ਆਉਂਦਾ ਜਿਹੜੀ 11% ਨੇ ਆਬਾਦੀ ਦਾ, ਚਲੋ ਠੀਕ ਹੈ, ਤੇ ਤੁਸੀਂ ਵੀ ਕਹਿੰਦੇ ਹੋ ਕਿ ਤੁਸੀਂ ਇਹਨਾਂ ਬਰੈਂਪਟਨ 'ਚ ਤੁਸੀਂ ਰਹਿੰਦੇ ਹੋ, ਤੁਸੀਂ ਅੱਜ ਜੇ ਘਰ ਲੈਣਾ ਹੋਵੇ ਤੁਸੀਂ ਬੇਸਿਕ ਘਰ ਲਈ ਵੀ ਕੁਆਲੀਫਾਈ ਨਹੀਂ ਕਰਦੇ। ਬਿਲਕੁਲ ਜੀ, ਜਿਹੜਾ ਐਵਰੇਜ ਘਰ ਆ, ਜਾਂ ਤੁਸੀਂ ਐਵਰੇਜ ਘਰ ਵੀ ਛੱਡੋ ਜੀ, ਜਿਹੜੇ ਬੋਟਮ 1/3 ਵਾਲੇ ਘਰ ਵੀ ਆ, ਮੈਂ ਉਹਦੇ ਲਈ ਕੁਆਲੀਫਾਈ ਨਹੀਂ ਜੀ ਕਰਦਾ। ਇਸ ਤੋਂ ਵੱਧ ਹੁਣ ਅਫੋਰਡੇਬਿਲਿਟੀ ਦੀ ਕ੍ਰਾਈਸਿਸ ਦੀ ਹੋਰ ਕੀ ਐਗਜ਼ਾਮਪਲ ਦੇਣੀ ਹੈ? ਬਿਲਕੁਲ ਜੀ, ਤੇ ਹੁਣ ਜਿਹੜੀ ਅਸੀਂ ਐਵਰੇਜ ਇਨਕਮ ਲਾਈਏ, ਇਹ ਮਤਲਬ ਇਹ ਇਨਫ ਨਹੀਂ ਹੈ ਗੌਰਮੈਂਟਸ ਨੂੰ ਇਹ ਮੈਸੇਜ ਦੇਣ ਲਈ ਕਿ ਤੁਸੀਂ ਟੋਟਲ ਫੇਲ ਸਾਬਤ ਹੋਏ? ਹਾਂ, ਇਹ ਤਾਂ ਜੀ ਮੈਂ ਤਾਂ ਨਹੀਂ ਮੈਸੇਜ ਕਹਿ ਸਕਦਾ, ਪਰ ਜੀ ਸੁਸਾਇਟੀ ਜਿਹੜੇ ਵੋਟਰ ਨੇ ਉਹਨਾਂ ਨੇ ਦੇਖਣਾ ਹੁੰਦਾ ਜੀ ਕਿ ਕਿਹੜੀ ਸਰਕਾਰ ਕਿਸ ਤਰ੍ਹਾਂ ਚੱਲ ਰਹੀ ਹੈ, ਜਾਂ ਕੀ ਰੋਲ ਹੈਗਾ ਉਹਨਾਂ ਦਾ, ਜਾਂ ਉਹਨਾਂ ਦਾ ਪਰਸਨਲ। ਵੈਸੇ ਤਾਂ ਇੱਕ ਪੰਜਾਬੀ 'ਚ ਕਹਾਵਤ ਹੈਗੀ, ਉਹ ਢੁਕਦੀ ਹੈ, ਕਹਿੰਦੇ ਜਿਹੋ ਜਿਹੇ ਕੋਕੋ ਉਹ ਜਿਹੇ ਕੋਕੋ ਦੇ ਬੱਚੇ। ਅਤੇ ਜਿਹੋ ਜਿਹੀ ਅਸੀਂ ਸੁਸਾਇਟੀ ਆ ਜੀ, ਅਸੀਂ ਜਿਹੜੀ ਲੀਡਰਸ਼ਿਪ ਆ, ਚਾਹੇ ਤੁਸੀਂ ਕਿਸੇ ਵੀ ਲੈਵਲ ਤੇ ਚੁਣੋ, ਅਸੀਂ ਚਾਹੇ ਅਸੀਂ ਆਪਣੇ ਮੁਹੱਲੇ ਦਾ ਹੀ ਕੋਈ ਬੰਦਾ ਚੁਣਨਾ ਹੋਵੇ, ਅਸੀਂ ਫਿਰ ਉਸ ਤਰ੍ਹਾਂ ਦਾ ਹੀ ਚੁਣਾਂਗੇ ਜਿਸ ਤਰ੍ਹਾਂ ਦੇ ਅਸੀਂ ਹੈਗੇ ਜੀ। ਹੁਣ ਮੰਨ ਲਓ ਕਈ ਵਾਰੀ ਹੁਣ ਕ੍ਰਾਈਮ ਬਹੁਤ ਹੁੰਦੇ ਆ ਜੀ ਕੁਛ ਬਰੈਂਪਟਨ ਦੇ ਵਿੱਚ, ਜਿਹੜਾ ਮੈਨੂੰ ਚਿੰਤਤ ਖਾਸ ਕਰਕੇ ਕਰ ਰਿਹਾ। ਕ੍ਰਾਈਮ ਦਾ ਬੜਾ ਵੱਡਾ ਇਸ਼ੂ ਹੈ ਜੀ। ਬੰਦੇ ਗੱਡੀ ਪਾਰਕ ਕਰਨ ਤੋਂ ਪਹਿਲਾਂ ਜਦੋਂ ਸਾਨੂੰ ਰਾਤ ਨੂੰ ਇਹੀ ਸੋਚਣਾ ਪਵੇ ਯਾਰ ਸਵੇਰੇ ਹੋਊਗੀ ਕਿ ਨਹੀਂ ਹੋਊਗੀ। ਕ੍ਰਾਈਮ ਦਾ ਵੀ ਅਫੋਰਡੇਬਿਲਿਟੀ, ਚਲੋ ਇੱਕ ਸੇਫਟੀ ਤਾਂ ਹੈ ਹੀ ਹੈ, ਇਹਦਾ ਇੱਕ ਅਫੋਰਡੇਬਿਲਿਟੀ ਨਾਲ ਵੀ ਕਨੈਕਸ਼ਨ ਹੈ। ਉਹ ਇਹ ਹੈ ਕਿ ਤੁਹਾਡੀ ਆਟੋ ਇੰਸ਼ੋਰੈਂਸ ਹੋਰ ਮਹਿੰਗੀ ਹੋ ਜਾਣੀ। ਨਹੀਂ, ਆਟੋ ਇੰਸ਼ੋਰੈਂਸ ਨਹੀਂ, ਪਰ ਜਿਹੜੇ ਬੰਦੇ ਮਤਲਬ ਕੋਈ ਵੀ ਬੰਦਾ ਜੀ ਵਿਲਿੰਗਲੀ ਉਹ ਜਾਣੀ ਸ਼ੌਂਕੀਆ ਕ੍ਰਾਈਮ ਮੇਰੇ ਖਿਆਲ 'ਚ ਨਹੀਂ ਕਰਦਾ ਹਨ। ਹਾਂ ਠੀਕ ਆ ਵੀ ਕੁਛ ਉਹਦੀ ਆਦਤ ਆ, ਇੱਦਾਂ ਦੀ ਲੱਤ ਜ਼ਰੂਰ ਹੋਊਗੀ, ਪਰੰਤੂ ਜਦੋਂ ਹੁਣ ਅਫੋਰਡੇਬਿਲਿਟੀ ਦੇ ਆ ਜਾਂਦੇ ਜਦੋਂ ਬੰਦੇ, ਤੁਹਾਡੇ ਕਹਿਣ ਦਾ ਵੀ ਜਿਹੜਾ ਇੱਕ ਸੈਕਸ਼ਨ ਹੈ ਜਿਹੜਾ ਬਿਲਕੁਲ ਹੀ ਕਿਨਾਰੇ ਤੇ ਖੜਾ ਹੀ, ਹਾਂਜੀ, ਜਿਹਦੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਵੀ ਜਾਂ ਤਾਂ ਫਿਰ ਹੁਣ ਕ੍ਰਾਈਮ ਕਰ ਲਓ, ਨਹੀਂ ਤੇ ਫਿਰ ਭੁੱਖੇ ਮਰਾਂਗੇ। ਬਿਲਕੁਲ ਜੀ, ਉਹ ਕਹਿੰਦਾ ਜੀ ਪਹਿਲਾਂ ਹੀ ਮੈਂ ਸਫ਼ਰ ਕਰ ਹੀ ਰਿਹਾ, ਪਹਿਲਾਂ ਵੀ ਮੇਰੇ ਹਾਲਾਤ ਕੋਈ ਏਡੇ ਵਧੀਆ ਤਾਂ ਹੈ ਨਹੀਂ ਗੇ, ਅਤੇ ਮੈਂ ਆਹ ਵੈਨਿਊ ਰੂਟ ਚੇਂਜ ਕਰਕੇ ਦੇਖ ਲੈਂਦਾ। ਸੁਸਾਇਟੀ ਦੇ ਵਿੱਚ ਮੇਰੀ ਪਹਿਲਾਂ ਹੀ ਇੱਜ਼ਤ ਨਹੀਂ ਜੀ, ਜੇ ਮੈਂ ਫੜਿਆ ਵੀ ਜਾਊਂ, ਚਲੋ 4 ਮਿਲੀਅਨ ਬਣਦੇ ਆ, 6 ਮਹੀਨੇ ਜੇਲ੍ਹ 'ਚ ਲਾਇਆ ਹੂੰ। ਇਸ ਤਰ੍ਹਾਂ ਦਾ ਵੀ ਇੱਕ ਸੈਕਟਰ ਪੈਦਾ ਹੋ ਰਿਹਾ ਜਿਹੜਾ ਕਿ ਬੜਾ ਸੁਸਾਇਟੀ ਦੇ ਲਈ ਘਾਟੇ ਵਾਲਾ ਸੌਦਾ, ਜਾਂ ਬੜਾ ਸ਼ਰਮਨਾਕ ਗੱਲ ਹੈ। ਇਸ ਤਰ੍ਹਾਂ ਦਾ ਕਿ ਇੱਕ ਵਾਰ ਪੈਸੇ ਬਣਾ ਲਓ, ਆਪਣਾ ਪੈਸੇ ਬਣਾ ਕੇ ਕੱਢ ਦਿਓ ਬਾਹਰ, ਬਿਲਕੁਲ ਇੱਥੋਂ ਮੁੜ ਕੇ ਡਿਪੋਰਟ ਹੋ ਜਾਵਾਂਗੇ। ਬਿਲਕੁਲ। ਹੁਣ ਇੱਕ ਪਿੱਛੇ ਜੇ ਇੱਕ ਆਪਣੇ ਪਰਿਵਾਰ ਸੀਗਾ ਜੀ ਜਿਹੜਾ ਅੰਟਾਰੀਓ ਗੌਰਮੈਂਟ ਦੇ ਵਿੱਚ ਕੋਵਿਡ ਦੇ ਦੌਰਾਨ ਉਹਨਾਂ ਨੇ $40 ਮਿਲੀਅਨ ਦੀ ਹੇਰਾਫੇਰੀ ਕੀਤੀ। $40 ਮਿਲੀਅਨ ਦੀ ਹੇਰਾਫੇਰੀ ਕਰਨ ਤੋਂ ਬਾਅਦ ਹੁਣ ਉਹ ਪਰਿਵਾਰ ਦੇ ਜਿਹੜਾ ਮੁਖੀਆ ਸੀਗਾ ਜੀ, ਉਹ ਕਹਿੰਦਾ ਜੀ ਤੁਸੀਂ ਮੇਰੇ ਬੱਚਿਆਂ ਨੂੰ ਅਤੇ ਸਾਰੇ ਬਾਕੀ ਨੂੰ ਛੱਡ ਦਿਓ, ਅਤੇ ਮੈਂ ਗਿਲਟੀ ਪਲੀਡ ਕਰ ਲੈਂਦਾ ਜੀ, ਕੋਈ ਗੱਲ ਨਹੀਂ ਮੈਂ ਕੀਤਾ ਹੈ।
ਤੇ ਮੈਨੂੰ ਤੁਸੀਂ ਸਜ਼ਾ ਦੇ ਦਿਓ, ਥੋੜ੍ਹੇ ਬਹੁਤੇ ਪੈਸੇ ਸ਼ਾਇਦ ਉਹਨੇ ਵਾਪਸ ਕਰਨ ਦੀ ਗੱਲ ਵੀ ਕੀਤੀ ਆ, ਉਹ ਹੋਣਗੇ ਜਾਂ ਹੋਣੇ ਆ ਤਾਂ ਉਹਦਾ ਰੱਬ ਜਾਣਦਾ। ਤੇ ਉਸ ਤੋਂ ਬਾਅਦ ਉਹਨੂੰ 10 ਸਾਲ ਦੀ ਸਜ਼ਾ ਹੋਈ ਜੀ। 10 ਸਾਲ ਦੀ ਕਰ ਕਰਾ ਕੇ ਉਹ 4 ਸਾਲਾਂ 'ਚ ਉਹਨਾਂ ਨੇ ਬਾਹਰ ਆ ਜਾਣਾ। ਤੇ 4 ਸਾਲਾਂ ਨੂੰ ਤੁਸੀਂ ਡਿਵਾਈਡ ਕਰ ਲਓ 12-16 ਮਿਲੀਅਨ ਨਾਲ, ਤਾਂ ਫਿਰ ਵੀ ਉਸ ਹੋ ਸਕਦਾ ਉਹਨਾਂ ਨੇ ਸੋਚਿਆ ਵੀ $4 ਮਿਲੀਅਨ ਸਾਲ ਦਾ ਇੱਕ ਅੱਛਾ ਸੌਦਾ ਹੈਗਾ ਜੀ। ਤੇ ਇਸ ਤਰ੍ਹਾਂ ਹੋਰ ਵੀ ਬੰਦੇ ਆ ਜੀ। ਟੋਟਲੀ ਬੜੇ ਅਜੀਬ ਤਰੀਕੇ ਨਾਲ ਸਾਰਾ ਕੁਝ ਥੋੜਾ ਸੈਡ ਹੋ ਰਿਹਾ ਜੀ। ਪਰ ਅਫਸੋਸਨਾਕ ਹੈ ਵੀ ਜਿਹੜਾ ਕੰਟਰੀ ਸਾਡੇ ਸੁਪਨਿਆਂ ਦਾ ਦੇਸ਼ ਆ ਜਿਹੜਾ ਇੱਕ ਸ਼ਮੀਲ ਜੀ ਹੋਰ ਵੀ ਕੋਈ ਵੀ ਚੀਜ਼ ਨੂੰ ਤੁਸੀਂ ਚੰਗੇ ਪਾਸੇ ਵੱਲ ਨੂੰ ਧਕੇਲਣਾ ਨਾ, ਜਦੋਂ ਤੁਸੀਂ ਪੱਥਰ ਨੂੰ ਚੜ੍ਹਾਈ 'ਤੇ ਚਾੜਨਾ ਉਹਦੇ ਬਰਾਬਰ ਹੁੰਦਾ। ਜਦੋਂ ਵੀ ਤੁਸੀਂ ਆਪਣੇ ਪਰਿਵਾਰ ਨੂੰ ਜਾਂ ਸੁਸਾਇਟੀ ਨੂੰ ਜਾਂ ਕੰਟਰੀ ਨੂੰ ਕਿਤੇ ਨੂੰ ਵੀ ਥੱਲੇ ਨੂੰ ਧਕੇਲਣਾ, ਫਿਰ ਇੱਕ ਮਾੜਾ ਜਿਹਾ ਤਿਣਕਾ ਜ਼ੋਰ ਲਾ ਦਿਓ ਤੇ ਪੱਥਰ ਨੇ ਆਪੇ ਥੱਲੇ ਰੁੜ ਪੈਣਾ। ਉਹਨੂੰ ਰੋਕਣਾ ਫਿਰ ਬਹੁਤ ਔਖਾ ਹੋ ਜਾਂਦਾ। ਇਹ ਹੁਣ ਰਿਐਲਿਟੀ ਹੈਗੀ। ਵੇਲੇ ਅਸੀਂ ਥੱਲੇ ਨੂੰ ਡਿੱਗ ਰਹੇ ਹਾਂ, ਥੋੜੀ ਸਲਾਈਡ ਹੋ ਰਹੀ ਹੈ। ਇਹਨੂੰ ਰੋਕਣ ਲਈ ਅਸੀਂ ਐਫਰਟ ਨਾ ਕੀਤੇ, ਕਲੈਕਟਿਵ ਐਫਰਟ, ਜਿਵੇਂ ਇੱਥੇ ਮੈਸੇਜ ਹੈ ਦੀਪ ਜੋਤ ਦਾ ਵੀ ਆਟੋ ਇੰਸ਼ੋਰੈਂਸ ਤੋਂ ਲੋਕ ਇੰਨੇ ਤੰਗ ਨੇ, ਸਭ ਨੂੰ ਪਤਾ। ਮੈਂ 93 ਤੋਂ ਸੁਣ ਰਿਹਾ ਜੀ, ਕੋਈ ਵੀ ਇਹਨੂੰ ਐਕਸ਼ਨ ਨਹੀਂ ਲੈ ਰਿਹਾ। ਕੋਈ ਬੰਦਾ ਇਕੱਠੇ ਹੋ ਕੇ ਇਹਦੇ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ। ਬਿਲਕੁਲ ਜੀ। ਸਵਾਏ ਇਸ ਦੇ ਕਿ ਰੇਡੀਓ ਤੇ ਚਲੋ ਕਾਲ ਕਰ ਲਈਏ, ਗੱਲ ਕਰ ਲਈ ਜੀ। ਕਦੇ ਕਿਸੇ ਨੇ ਕੋਈ ਐਫਰਟ ਨਹੀਂ ਕੀਤਾ। ਬਰੈਂਪਟਨ ਦੇ ਵਿੱਚ ਜੀ ਇੱਕ ਬੜਾ ਇਸ਼ੂ ਤਕੜਾ ਰਿਹਾ ਜੀ, ਹੈਲਥ ਕੇਅਰ ਦੀ ਜਿਹੜੀ ਬੜੀ ਘਾਟ ਰਹੀ ਹੈ। ਬਰੈਂਪਟਨ 'ਚ ਇੱਕ ਹੀ ਹਸਪਤਾਲ ਹੈ ਤੇ ਮੈਨੂੰ ਇਸ ਇਸ਼ੂ ਦੇ ਵਿੱਚ ਮੈਂ ਕਾਫੀ ਬਰੈਂਪਟਨ ਹੈਲਥ ਕਲੀਸ਼ਨ ਸੀ, ਉਸ ਤੋਂ ਪਹਿਲਾਂ ਹੋਰ ਵੀ ਔਰਗੇਨਾਈਜੇਸ਼ਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਤੇ ਸਾਨੂੰ ਹਰ ਰੋਜ਼ ਦੀ ਕੰਪਲੇਂਟਾਂ ਆਉਣੀਆਂ ਸੀ ਬੜੀ ਉੱਥੇ ਤੰਗੀ ਹੈਗੀ, ਇਹ ਹੈਗਾ, ਇਹ 'ਚ ਇੰਪਰੂਵਮੈਂਟ ਹੋਣੀ ਚਾਹੀਦੀਆਂ। ਤੇ ਮੈਨੂੰ ਇੱਕ ਵਾਰੀ ਮੌਕਾ ਮਿਲਿਆ ਅੱਜ ਤੋਂ 15-20 ਸਾਲ ਪਹਿਲਾਂ ਵੀ ਅਸੀਂ ਇਹਨੂੰ ਇਕੱਠੇ ਹੋ ਕੇ ਇੱਕ ਆਵਾਜ਼ ਉਠਾਈਏ। ਅਸੀਂ ਇੱਕ ਪ੍ਰੋਟੈਸਟ ਕੀਤਾ ਸੀਗਾ ਜੀ। ਉਹਦੇ ਵਿੱਚ ਬਰੈਂਪਟਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਪ੍ਰੋਟੈਸਟ ਸੀਗਾ, -25 ਡਿਗਰੀ ਟੈਂਪਰੇਚਰ ਸੀ ਤੇ ਅਸੀਂ ਬੜੇ ਸਕਸੈਸਫੁਲ ਹੋਏ। ਪਰੰਤੂ ਉਸ ਦੇ ਵਿੱਚ ਜੀ ਉਹ ਇੱਕ ਵਾਰੀ ਸ਼ੁਰੂ ਕਰ ਲਿਆ, ਮੇਰੇ ਸਾਥੀ ਸੀਗੇ ਨਾਲ ਹੋਰ। ਪਰੰਤੂ ਉਸ ਤੋਂ ਬਾਅਦ ਤੁਸੀਂ ਵੇਖਿਆ ਯਾਰ, ਲੋਕਾਂ ਨੂੰ ਕੋਈ ਪਰਵਾਹ ਨਹੀਂ ਇਸ ਦੀ ਹੈਗੀ, ਹੈ ਨਾ। ਉਹ ਕਹਿੰਦੇ ਜੀ ਤਾਂ ਤੁਹਾਡਾ ਕੰਮ ਸੀ, ਤੁਸੀਂ ਕਰਤਾ, ਕਰੀ ਜਾਓ, ਲੱਗੇ ਰਹੋ। ਪਰੰਤੂ ਕਲੈਕਟਿਵਲੀ ਜੇ ਉਸ ਤੋਂ ਅੱਗੇ ਇਸ ਮੂਵਮੈਂਟ ਨੂੰ ਅੱਗੇ ਲੈ ਕੇ ਜਾਣਾ, ਜਾਂ ਇਹਨੂੰ ਅਸੀਂ ਕਿਸੇ ਤਰੀਕੇ ਨਾਲ ਪੋਜ਼ੀਟਿਵ ਰੂਪ 'ਚ ਕਿਸੇ ਤਰੀਕੇ ਨਾਲ ਜ਼ਿਆਦਾ ਗੱਲ ਜੇ ਆਪਾਂ ਖ਼ਤਮ ਕਰਨੀ ਹੋਵੇ, ਜ਼ਿਆਦਾ ਕ੍ਰਾਈਸਿਸ ਇਹ ਹੈ ਕਿ ਇੰਨੀਆਂ ਪ੍ਰੋਬਲਮਸ ਹੋਣ ਦੇ ਬਾਵਜੂਦ ਜੀ ਇਹਦੇ ਬਾਰੇ ਕੋਈ ਕਲੈਕਟਿਵ ਐਫਰਟ ਕਰਨ ਲਈ ਤਿਆਰ ਨਹੀਂ ਹੈ। ਕਲੈਕਟਿਵ ਵੀ, ਇੰਡੀਵਿਜੂਅਲ ਵੀ ਨਹੀਂ ਜੀ। ਅਸੀਂ ਕਿੰਨੇ ਕੁ ਬੰਦੇ ਹੋਵਾਂਗੇ ਜਿਹੜੇ ਅਸੀਂ ਇਸ ਲੈਵਲ ਨੂੰ ਲੈ ਕੇ, ਸਰੋਤਿਆਂ ਤੋਂ ਅਸੀਂ ਪੁੱਛ ਸਕਦੇ ਹਾਂ ਕਿੰਨੇ ਕੁ ਬੰਦੇ ਆ ਜਿਨ੍ਹਾਂ ਨੇ ਇਸ ਲੈਵਲ ਨੂੰ ਲੈ ਕੇ, ਮੰਨ ਲਓ ਜੀ ਅਸੀਂ ਤਾਂ ਇਹਨੂੰ ਮੈਸੇਜ ਨੂੰ ਅੱਗੇ ਪਾਸ ਔਨ ਕਰ ਸਕਦੇ ਹਾਂ। ਜਿਹੜੇ ਰੀਅਲ ਇਹਦਾ ਹੱਲ ਕਰਨੇ ਆ ਉਹ ਤਾਂ ਪਾਲਿਸੀ ਮੇਕਰ ਨੇ ਜਾਂ ਸਾਡੀ ਚੁਣੀ ਹੋਈ ਲੀਡਰਸ਼ਿਪ ਆ। ਕਿੰਨੇ ਬੰਦਿਆਂ ਨੇ ਇਸ ਇਸ਼ੂ ਦੇ ਉੱਤੇ ਕਿਸੇ ਆਪਣੇ ਲੀਡਰ ਨਾਲ ਗੱਲ ਕੀਤੀ ਹੋਵੇ। ਇਹ ਨਹੀਂ ਮੈਂ ਕਹਿੰਦਾ ਜੀ ਉਹਨਾਂ ਨੂੰ ਤੁਸੀਂ ਪਿਆਰ ਨਾਲ ਜਿਹੜੀ ਪ੍ਰੋਬਲਮ ਆ ਉਹਨੂੰ ਬੈਠ ਕੇ ਸਮਝਾਓ ਜੀ ਆਹ ਇਸ਼ੂ ਹੈਗਾ, ਇਹਦਾ ਆਪਾਂ ਰਲ ਕੇ ਕੋਈ ਹੱਲ ਲੱਭੀਏ। ਕਿੰਨਿਆਂ ਕੁ ਨੇ ਇਸ 'ਤੇ ਗੱਲ ਕੀਤੀ ਹੋਣੀ ਆ। ਅਤੇ ਜਦੋਂ ਤੁਸੀਂ ਲੀਡਰਸ਼ਿਪ ਤੋਂ ਪੁੱਛੋ, ਕਹਿੰਦੇ ਜੀ ਸਾਡੇ ਕੋਲ ਤਾਂ ਅੱਜ ਤੱਕ ਕਦੇ ਕਿਸੇ ਨੇ ਗੱਲ ਕੀਤੀ ਨਹੀਂ, ਤੁਸੀਂ ਦੱਸ ਰਹੇ ਹੋ ਸਾਨੂੰ। ਬਿਲਕੁਲ, ਉਹ ਕਹਿੰਦੇ ਸਾਡੇ ਕੋਲ ਤਾਂ ਸਿਰਫ ਵੀਜ਼ਾ ਦੀ ਲੈਟਰ ਲੈਣ ਆਉਂਦੇ ਨੇ, ਉਹੀ ਆਉਂਦੇ ਜੀ। ਇਸ ਤੋਂ ਬਿਨਾਂ ਤਾਂ ਕਦੇ ਕੋਈ ਪ੍ਰੋਬਲਮ ਉਹਨਾਂ ਨੇ ਹੱਲ ਨਹੀਂ ਕੀਤੀ, ਦੱਸੀ ਨਹੀਂ ਆ। ਹੁਣ ਇੱਕ ਹੈਗੀ ਜੀ ਐਗਜ਼ਾਮਪਲ, ਮੈਂ ਕਿਸੇ MP ਨੂੰ ਮਿਲਿਆ ਜੀ, ਉਹਨੂੰ ਅਸੀਂ ਕੋਈ ਪ੍ਰੋਬਲਮ ਦੱਸੀ, ਉਹ ਕਹਿੰਦਾ ਜੀ ਵੀ ਤੁਹਾਡੀ ਪ੍ਰੋਬਲਮ ਤਾਂ ਸਹੀ ਹੈ, ਤੁਸੀਂ ਨਾ ਆ ਕੇ ਮੇਰੇ ਦਫ਼ਤਰ ਦੇ ਸਾਹਮਣੇ ਪ੍ਰੋਟੈਸਟ ਕਰੋ, ਬੰਦੇ ਲਿਆਓ ਤੇ ਰੌਲਾ ਰੱਪਾ ਪਾਓ। ਅਸੀਂ ਕਿਹਾ ਜੀ ਇਹ ਤਾਂ ਬੜੀ ਅਜੀਬ ਗੱਲ ਆ, ਅਤੇ ਤੁਸੀਂ ਤਾਂ ਇਹ ਕੰਮ ਨੂੰ ਆਪ ਕਹਿ ਰਹੇ ਕਰਨ ਨੂੰ। ਉਹ ਕਹਿੰਦਾ ਜੀ ਦੇਖੋ, ਜਿੰਨੀ ਤੁਹਾਡੀ ਆਵਾਜ਼ ਉੱਠੇਗੀ ਉਨੀ ਮੈਂ ਉਠਾਵਾਂਗਾ ਅੱਗੇ। ਜੇ ਤੁਸੀਂ ਨਹੀਂ ਬੋਲਦੇ, ਇੱਦਾਂ ਗੱਲਾਂ ਬਾਤਾਂ ਮਾਰ ਕੇ ਮੀਟਿੰਗ ਕਰਕੇ ਤੁਸੀਂ ਮੁੜ ਜਾਣਾ, ਬਾਅਦ 'ਚ ਮੈਂ ਵੀ ਬਹਿ ਜਾਣਾ ਚੁੱਪ ਕਰਕੇ। ਤੁਸੀਂ ਮਾੜਾ ਜਿਹਾ ਰੌਲਾ ਪਾਓਗੇ ਤਾਂ ਫਿਰ ਮੈਂ ਵੀ ਪਾਊਂਗਾ ਜਾ ਕੇ। ਚਲੋ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਰਾਜ ਜੀ, ਬਹੁਤ ਬਹੁਤ ਮਿਹਰਬਾਨੀ।